ਸੁਣਾਓ ਮੇਰੀ ਬਰਾੜ। ਹੁਣ ਚੈੱਕ ਕਰੋ ਚੱਲਦੀ ਪਈ ਕਿ ਨਹੀਂ। ਹੁਣ ਚੈੱਕ ਕਰੋ। ਪਾਕਿਸਤਾਨ ਨੂੰ ਲੋਕ ਕੰਮ ਕਰਕੇ ਮੇਰੀਆਂ ਬਰਾੜਾਂ ਲਾਣਗੇ। ਇਹ ਸਾਨੂੰ ਨਸੀਹਤਾਂ ਬੜੀਆਂ ਕਰਦਾ ਪਾਕਿਸਤਾਨ ਨੂੰ। ਮੈਂ ਕਿਸੇ ਇਹ ਪਾਕਿਸਤਾਨੀ ਕਿੱਧਰ ਗਿਆ ਇਹਨੂੰ ਲਿਆਓ ਨਾ ਪਾਕਿਸਤਾਨ ਵਾਲੇ ਨਾਲ ਫਿਰਕ ਨੂੰ ਲਿਆਓ। ਆਜ਼ਾਦ ਰਾਜਪੂਤ ਸਾਹਿਬ ਮੇਰੇ ਵੱਡੇ ਭਾਈ ਨੇ, ਇਠਵਾਲ ਭਾਈ ਮੇਰੇ ਵੱਡੇ ਭਾਈ ਨੇ। ਮੇਰੀ ਮੁਬਸ਼ਰ ਸਾਹਿਬ ਜੀ ਮੇਰੇ ਛੋਟੇ ਕਿਹੜੀ ਗਾਲ ਕੱਢੀ ਹੈ? ਮੈਂ ਸਹੁੰ ਚੁੱਕਣਾ ਇੱਕ ਗਾਲ ਨਹੀਂ ਤੂੰ ਕੱਢੀ। ਇਹ ਵਾਟਰ ਚੁੱਕੇ ਹਾਂ ਕਸਮ। ਕਿਹੜੀ ਗਾਲ ਕੱਢੀ? ਕੋਈ ਗਾਲ ਨਹੀਂ ਕੱਢੀ। ਉਹ ਬਸਰਾ ਸਾਹਿਬ ਮੁਬਸ਼ਰ ਕੋ ਤੁਹਾਡੇ ਤੋਂ ਅੱਛੇ ਲਵਾਏ ਨੇ ਆਪਣਾ ਮੁੱਦਾ ਬਿਆਨ ਕਰਦੇ। ਤੁਹਾਡੇ ਦਾ ਗਵਾਹ ਡੱਡੂ ਨਹੀਂ ਬਣ ਜੀਦਾ। ਨਹੀਂ ਮੈਨੂੰ ਮਾਰਾ ਸਾਹਿਬ ਚਲੋ ਠੀਕ ਹੈ ਮੈਨੂੰ ਤੁਸੀਂ ਜੋ ਸਮਝੋ। ਜਦੋਂ ਤੁਸੀਂ ਇਹ ਕੰਮ ਕਰੋ ਬਸਰਾ ਇਹ ਸਾਬਤ ਕਰੋ ਗਾਲ ਸਾਬਤ ਕਰੋ। ਬਸਰਾ ਜਦੋਂ ਤੁਸੀਂ ਇਹ ਕੰਮ ਕਰਦੇ ਹੋ ਬੱਚੇ ਤੁਸੀਂ ਨਾ ਇੱਕ ਟੀਮ ਬਣ ਜਾਂਦੇ ਹੋ। ਫਿਰ ਟੀਮ ਨਹੀਂ ਬਣਨਾ। ਇੱਕ ਗੱਲ ਨਹੀਂ ਟੀਮ ਨਹੀਂ ਉਹਨੇ ਗੱਲ ਇੱਕ ਸਹੀ ਕੀਤੀ ਹੈ ਕਿ ਇੰਜ ਚੜ ਜਾਂਦੇ ਨੇ ਜਾ ਕੇ ਚੜ ਜਾਂਦੇ ਨੇ। ਚਲੋ ਬੰਦਾ ਕਿਤੇ ਨਾ ਕਿਤੇ ਦੂਜੇ ਨਿਯਮ ਦੀ ਹੈ ਉਹਨਾਂ ਨੂੰ ਤਕਲੀਫ ਹੁੰਦੀ ਹੈ। ਦੇਖੋ ਮੁਬਸ਼ਰ ਨੇ ਆਪਣਾ ਮੁਕੱਦਮਾ ਚਾਹੀਦਾ 100-200 ਫੁੱਲ ਮੈਂ ਮਾਰਦਾ। ਮੁਬਸ਼ਰ ਨੇ ਆਪਣਾ ਮੁਕੱਦਮਾ ਬੜਾ ਅੱਛਾ ਲੜਿਆ। ਉਹਦੇ ਵਿੱਚ ਮੈਂ ਵੀ ਕਹਿਤਾ ਕਿ ਅਸੀਂ ਯਾਰਾਂ ਦੋਸਤਾਂ ਨੂੰ ਕਹਿੰਦੇ ਤੈਨੂੰ ਫੁੱਟੂ ਬਣਾਉਣ ਡਿਆ, ਤੈਨੂੰ ਚੂਤੀਆਂ ਬਣਾਉਣ ਡਿਆ। ਬੰਦਾ ਪੜ੍ਹ ਤੈਨੂੰ ਸਮਝ ਨਹੀਂ ਆਉਂਦੀ। ਇਹ ਗੱਲ ਨਹੀਂ ਹੁੰਦੀ। ਇੱਕ ਨਾਰਮਲ ਗੁਫ਼ਤਗੂ ਪੰਜਾਬੀ ਦੀ ਨਾ ਉਹ ਚ ਤੁਸੀਂ ਅਲਫਾਜ਼ ਇਸਤੇਮਾਲ ਕਰਦੇ ਤੇ ਗਾਲ ਨਹੀਂ ਹੈਗੀ। ਤੇ ਇਸ ਲਈ ਉਹਨੂੰ ਅਗਰ ਕੋਈ ਗਾਲ ਅਗਰ ਸ਼ਾਇਦ ਕੋਈ ਹੋਰ ਲਫ਼ਜ਼ ਹੋਵੇ ਮੈਨੂੰ ਉਹ ਗਾਲ ਲੱਗਣ ਡਿਆ ਹੋਵੇ ਉਹ ਮੁਬਸ਼ਰ ਨੂੰ ਨਾ ਲੱਗਣ ਡਿਆ ਹੋਵੇ ਉਹ ਆਪਣੇ ਆਪਣੀ ਚੋਇਸ ਦਾ ਕਿਹੜਾ ਗਲਤ ਲੱਗਦਾ। ਮੈਂ ਆਜ਼ਾਦ ਰਾਜਪੂਤ ਸਾਹਿਬ ਮੁਤਕੱਲਮ ਆਪਣੇ ਕਲਾਮ ਦੀ ਖੁਦ ਵਜ਼ਾਹਤ ਕਰੇਗਾ। ਮੈਂ ਮੁਤਕੱਲਮ ਨੇ ਕਦੀ ਵੀ ਇਹਨਾਂ ਨੂੰ ਚੂਤੀਆ ਇਸ ਮਾਨੇ ਚ ਨਹੀਂ ਕਿਹਾ ਕਿ ਇਹ ਐਕਚੁਅਲੀ ਚੂਤੀਏ ਨੇ। ਦੋ ਕੇ ਹੋ ਸਕਦੇ ਨੇ। ਮੈਂ ਇਹ ਸਮਝਦਾ ਕਿ ਜਿਹੜਾ ਹੁਸੈਨੀ ਸਾਹਿਬ ਦੀ ਬਰਾੜ ਤੇ ਅਹਿਮਦੀ ਇਸ ਵੇਲੇ ਜਾਂਦਾ ਜਾਂ ਅਮਨਦੀਪ ਦੇ ਬੈਠੇ ਹੋਏ ਜਾਂਦਾ ਨਾ ਉਹ ਹੁਸੈਨੀ ਸਾਹਿਬ ਦੇ ਹੱਥ 'ਚ ਖੇਲਣ ਡਿਆ। ਉਹ ਉਹਨਾਂ ਨੂੰ ਇਸਤੇਮਾਲ ਕਰਦੇ ਨੇ। ਖੰਦੀਰ ਨੂੰ ਮੈਂ ਸਿਰਫ ਖੰਦੀਰ ਕਿਹਾ ਸੀ। ਇਹਨਾਂ ਬਰਾੜ ਸੁੱਟਦੀ ਹੈ। ਮੈਨੂੰ ਹੁਸੈਨੀ ਸਾਹਿਬ ਨਾਲ ਇਹਨਾਂ ਤੋਂ ਜ਼ਿਆਦਾ ਮੁਹੱਬਤ ਹੈ। ਮੈਨੂੰ ਵਾਟਰ ਭਾਈ ਤੇ ਸੋਚ ਨਹੀਂ ਸਕਦੇ। ਮੈਨੂੰ ਹੁਸੈਨੀ ਸਾਹਿਬ ਦੇ ਇਲਮ ਦੀ ਵਜ੍ਹਾ ਤੋਂ ਹੁਸੈਨੀ ਸਾਹਿਬ ਤੋਂ ਬਹੁਤ ਜ਼ਿਆਦਾ ਮੁਹੱਬਤ ਹੈ। ਇਹਨਾਂ ਤੋਂ ਜ਼ਿਆਦਾ ਹੈ। ਲੇਕਿਨ ਉਹ ਹੁਸੈਨੀ ਸਾਹਿਬ ਜਦੋਂ ਖੇਡ ਰਹੇ ਹੁੰਦੇ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਖੇਡ ਰਹੇ ਨੇ। ਔਰ ਮੈਂ ਜਦੋਂ ਚੂਤੀਆ ਕਹਿਣਾ ਚੂਤੀਏ ਦਾ ਇਹ ਮਤਲਬ ਇੱਕ ਮਿੰਟ ਯਾਰ ਗੁਲਾਮ ਇਬਨ ਗੁਲਾਮ ਸਾਹਿਬ ਗੱਲ ਕਰ ਲੈਂਦੇ। ਮੈਂ ਕਦੀ ਵੀ ਇਹ ਨਹੀਂ ਕਹਿੰਦਾ ਕਿ ਮੈਂ ਇਹਨਾਂ ਨੂੰ ਵਾਟਰ ਭਾਈ ਨੂੰ ਜਾਂ ਪਾਕਿਸਤਾਨ ਭਾਈ ਨੂੰ ਜਾਂ ਤੀਜਾ ਇੱਕ ਬੰਦਾ ਬੈਠਾ ਸੀ ਉਹਨਾਂ ਨੂੰ ਲਿਟਰਲ ਮੈਨੇ ਚੂਤੀਆ ਕਿਹਾ ਨਹੀਂ। ਮੈਂ ਪੰਜਾਬੀ ਦਾ ਮੁਹਾਵਰਾ ਜਿਹੜਾ ਚੂਤੀਆ ਹੈ ਉਹ ਬੇਵਕੂਫ ਦੇ ਮਾਨੀ 'ਚ ਇਸਤੇਮਾਲ ਹੁੰਦਾ ਉਹਦੇ 'ਚ ਇਹਨਾਂ ਨੂੰ ਕਿਹਾ। ਜੇ ਆਪਣੇ ਆਪ ਨੂੰ ਚੂਤੀਆ ਸਮਝਦੇ ਨੇ ਇਹਨਾਂ ਦੇ ਵਾਕਈ ਦਰਦਾਂ ਹੁੰਦੀਆਂ ਨੇ ਤੇ ਠੀਕ ਹੈ ਸਮਝ ਲਓ। ਰਾਨੀ ਫਜ਼ਾਨ ਭਾਈ ਦੇਖੋ ਗੱਲ ਸੁਣੋ ਉਤਰਨ ਲੱਗੇ ਨਾ ਪਟੜੀ ਤੋਂ ਉਤਰਨਾ ਨਹੀਂ ਹੈ। ਰੂਹਾਨੀ ਫਜ਼ਾਨ ਸਾਹਿਬ ਜੇ ਅਗਰ ਰੂਹਾਨੀ ਫਜ਼ਾਨ ਸਾਹਿਬ ਤੁਸੀਂ ਜਿਸ ਮਹੀਨੇ ਵਿੱਚ ਵੀ ਆਖਿਆ ਨਾ ਅਗਰ ਉਹਦਾ ਤਾਸਰ ਗਲਤ ਜਾ ਰਿਹਾ ਔਰ ਅਗਲੇ ਵੀ ਗਲਤ ਲੈ ਰਹੇ ਨੇ ਤੇ ਅਕਲਮੰਦੀ ਦਾ ਤਕਾਜ਼ਾ ਹੀ ਹੁੰਦਾ ਕਿ ਉਸ ਅਲਫਾਜ਼ ਨੂੰ ਬੰਦਾ ਵਾਪਸ ਲੈ ਲੇ ਔਰ ਵਾਪਸ ਲੈ ਲੈਣਾ। ਮੈਂ ਲੈ ਲੈਣਾ ਮੌਲਵੀ ਸਾਹਿਬ ਹੁਣੇ ਲੈ ਲੈਣਾ। ਹੁਣ ਉਹਦਾ ਜ਼ਿਕਰ ਵੀ ਨਹੀਂ ਕਰਨਾ ਔਰ ਜਿਹੜਾ ਮੁਤਬਾਦਲ ਲਫ਼ਜ਼ ਹੈ ਨਾ ਉਹਦਾ ਉਹ ਤੁਸੀਂ ਯੂਜ਼ ਕਰਨਾ। ਠੀਕ ਹੈ ਅਕਲਮੰਦੀ ਦਾ ਤਕਾਜ਼ਾ ਹੀ ਹੁੰਦਾ। ਠੀਕ ਹੈ ਠੀਕ ਉਹਦਾ ਮੌਲਵੀ ਸਾਹਿਬ ਸਾਨੂੰ ਤੇ ਇੱਕ ਬੰਦਾ ਚੂਤੀਆ ਗਰੁੱਪ ਦੇ ਨਾਂ ਤੋਂ ਆਂਦਾ ਤੇ ਉਹਨੂੰ ਨਹੀਂ ਤੁਸੀਂ ਰੋਕ ਸਕਦੇ। ਨਹੀਂ ਕਹੇਗਾ ਕੋਈ ਨਹੀਂ ਕਹੇਗਾ। ਉਹਨੂੰ ਕਿਸੇ ਨਹੀਂ ਕਹਿਣਾ ਨਹੀਂ ਕਹਿਣਾ। ਉਹਦੀ ਵਜ੍ਹਾ ਮਨਸੂਰ ਸਾਹਿਬ ਤੇ ਆਪ ਜਾ ਕੇ ਸਾਨੀ ਕੋ ਬੈਠੇ ਹੁੰਦੇ ਨੇ। ਇਹ ਮਨਸੂਰ ਸਾਹਿਬ ਉੱਥੇ ਜਾ ਕੇ ਉਸ ਬੰਦੇ ਕੋਲ ਵੀ ਬੈਠੇ ਜਿਹੜਾ ਫਿਰ ਰੂਹਾਨੀ ਫਜ਼ਾਨ ਸਾਹਿਬ ਖੁਦਾ ਦਾ ਨਾਂ ਜੀ ਯਾਰ ਫਿਰ ਕਿਉਂ ਤੁਸੀਂ ਗਲਤ ਪਾਸ ਕਰਦੇ ਹੋ? ਦੂਜਾ ਹਰ ਬੰਦੇ ਨੂੰ ਦਰੋਗਾ ਬਣਾ ਦਿਓ ਯਾਰ। ਇਹਦਾ ਕੋਈ ਐਂਡਿੰਗ ਨਹੀਂ ਹੋਣੀ ਜਿਹੜੀਆਂ ਡਿਮਾਂਡਾਂ ਚੀਜ਼ਾਂ ਦੀ ਨਾ ਕੋਈ ਡਿਮਾਂਡ ਤੇ ਨਾ ਕੋਈ ਦਾਅਵੇ। ਇਹਨਾਂ ਦੇ ਨਾਲ ਸਿਰਫ ਤੁਸੀਂ ਹਰ ਵਕਤ 24 ਘੰਟੇ ਫਿਰ ਲੜਾਈਆਂ ਕਰਨੀਆਂ ਨੇ ਤੇ ਕਰਦੇ ਰਹੋ। ਠੀਕ ਹੈ ਸੌਰੀ ਚੂਤੀਆ ਗਰੁੱਪ ਦਾ ਦੱਸੋ ਨਾ ਉਹਦਾ ਕੀ ਮਤਲਬ ਹੈ? ਤੂੰ ਮੈਂ ਕਿਸੇ ਦਾ ਦਰੋਗਾ ਬਣਿਆ ਯਾਰ ਇੱਕ ਪਤਾ ਨਹੀਂ ਅਠਵਾਲ ਸਾਹਿਬ ਕਿਹੜੀ ਦੁਨੀਆ 'ਚ ਰਹਿੰਦੇ ਨੇ। ਅੱਛਾ ਛੱਡ ਦੇ ਉਹ ਬੰਦਾ ਹੁੰਦਾ ਚੂਤੀਆ ਗਰੁੱਪ ਬੈਠਾ ਛੱਡ ਦੇ। ਮੈਂ ਜਿੱਥੇ ਮਰਜ਼ੀ ਹੈ ਬਾਵਾ ਤੁਸੀਂ ਕਹਿ ਦਿੱਤਾ ਪਤਾ ਨਹੀਂ 50 ਜਗ੍ਹਾ ਤੇ ਮੈਂ ਬੈਠਣਾ ਮੈਂ ਤੁਹਾਡੇ ਕੋਲ ਬੈਠੇ ਆ। ਰਾਨੀ ਫਜ਼ਾਨ ਭਾਈ ਗੱਲ ਸੁਣੋ ਮੇਰੀ ਭਾਈ ਤੁਸੀਂ ਕੂਲ ਡਾਊਨ ਕਰੋ। ਦੇਖੋ ਤਾਹਿਰ ਅਮਜਦ ਸਾਹਿਬ ਨੇ ਮੌਲਵੀ ਸਾਹਿਬ ਨੇ ਮੈਂ ਜਾਂ ਰਾਣਾ ਸਾਹਿਬ ਨੇ ਤੁਹਾਨੂੰ ਕੋਈ ਐਸੇ ਅਲਫਾਜ਼ ਕਹੇ ਨੇ ਕਿ ਤੁਸੀਂ ਇੰਜ ਹੋ ਜਾਂ ਇੰਜ ਸਮਝਾਇਆ ਨਾ। ਇਹੀ ਕਿਹਾ ਨਾ ਕਿ ਆਪਣੇ ਅਲਫਾਜ਼ ਦੇ ਵਿੱਚ ਸ਼ਾਇਸਤਗੀ ਲੈ ਕੇ ਆਓ, ਜ਼ਰਾ ਅੱਛੇ ਅਲਫਾਜ਼ ਯੂਜ਼ ਕਰ ਲਓ। ਇਹੀ ਕਿਹਾ ਨਾ।
ਕੋਈ ਤੁਹਾਡੇ ਤੇ ਕੋਈ ਐਸੀ ਤਨਕੀਦ ਨਹੀਂ ਕਰ ਰਿਹਾ ਹੈ ਕਿ ਵੀ ਤੁਸੀਂ ਇੰਜ ਕਿਹਾ ਜਾਂ ਉਂਝ ਕਿਹਾ। ਇਹ ਕਿਹਾ ਕਿ ਯਾਰ ਅੱਛੇ ਅਲਫਾਜ਼ ਯੂਜ਼ ਕਰੋਗੇ। ਤਨਕੀਦ ਵਾਸਤੇ ਵੀ ਬਹੁਤ ਸਾਰੇ ਅਲਫਾਜ਼ ਹੁੰਦੇ, ਔਰ ਮੈਨੂੰ ਉਮੀਦ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਅੱਛੇ ਅਲਫਾਜ਼ ਹੁੰਦੇ ਨੇ, ਔਰ ਉਹਨਾਂ ਨੂੰ ਪਲੀਜ਼ ਯੂਜ਼ ਕਰੋ। ਇਹ ਅਸੀਂ ਹਰ ਇੱਕ ਦੇ ਨਾਲ ਭਾਈ ਉਹ ਵੀ ਬੜੇ ਪਿਆਰ ਦੇ ਨਾਲ ਤੁਹਾਨੂੰ ਕਹਿ ਰਹੇ ਨੇ ਕਿ ਜਿੱਥੇ ਹਜ਼ਰਤ ਮਸੀਹ ਮੌਦ ਦੀ ਸ਼ਾਦਮੀਅਤ ਹੋਏ ਉੱਥੋਂ ਥੋੜਾ ਜਿਹਾ ਗਾਂਹ ਪਿਛਾਂ ਹੋ ਰਿਹਾ ਕਰੋ, ਤੇ ਇਹ ਪਿਆਰ ਦਾ ਉਹਨਾਂ ਨੇ ਕਹਿਤਾ, ਹੁਣ ਤੇ ਅਮਲ ਕਰਿਓ ਪਲੀਜ਼। ਅੱਛਾ, ਤੁਸੀਂ ਗਜਨੀ ਸਾਹਿਬ ਮੇਰੇ ਕੋ ਮੈਂ ਵਾਦਾ ਕਰਦਾ ਕਿ ਮੈਂ ਨਹੀਂ ਜਾਂਦਾ, ਲੇਕਿਨ ਕੋਈ ਇਹਨਾਂ ਨੇ ਗੈਰ ਮਤਲਬ ਐਸਾ ਲਫ਼ਜ਼ ਯੂਜ਼ ਕੀਤਾ ਕਿਸੇ ਵੀ ਆਪਣੇ ਅਹਿਮਦੀ ਦੇ ਭਰਾ ਦੇ ਖਿਲਾਫ ਜਾਂ ਕਿਸੇ ਵੀ ਗੈਰ ਅਹਿਮਦੀ ਦੇ ਖਿਲਾਫ, ਤੇ ਫਿਰ ਦੱਸੋ ਕਿ ਇਹ ਅਸੀਂ ਦੋਨੇ ਐਗਰੀ ਕਰ ਲਈਏ। ਵਾਪਸ ਜਾਣ ਲੱਗ ਜਿਓ, ਫਿਰ ਤੁਸੀਂ ਵਾਪਸ ਜਾਣ ਲੱਗ ਜਿਓ। ਨਹੀਂ ਸਜ਼ਾ ਦਿਓ ਇਹਨਾਂ ਨੂੰ, ਫਿਰ ਵਾਪਸ ਜਾਣ ਲੱਗ ਜਿਓ, ਇਹਨਾਂ ਨੂੰ ਸਜ਼ਾ ਦਿਓ। ਸੂਰ ਸਾਹਿਬ ਤੁਸੀਂ ਕਾਹਦਾ ਤੁਸੀਂ ਇੱਕ ਨਾ ਕੇਸਾਂ ਨੂੰ ਨਾ ਦੂਜੇ ਪਾਸੇ ਲੈ ਜਾਂਦੇ ਹੋ, ਜਾਂ ਇੱਕ ਨਾ ਨਹੀਂ ਇਹਨਾਂ ਨੇ ਇੱਕ ਗੱਲ ਰੱਖੀ ਹੈ, ਉਹਨਾਂ ਗੱਲ ਮੁਕਾ ਦਿੱਤੀ। ਉਹਨਾਂ ਆਖਿਆ ਜੀ ਮੈਂ ਇਸ ਲਫ਼ਜ਼ ਨੂੰ ਵਾਪਸ ਲੈ ਲਿਆ ਔਰ ਮੈਂ ਇਹਦਾ ਜਿਹੜਾ ਮੁਤਬਾਦਲ ਹੈ ਲਫ਼ਜ਼ ਮੈਂ ਇਸਤੇਮਾਲ ਕਰਾਂਗਾ। ਜਿਹੜੀ ਸੱਚੀ ਗੱਲ ਹੋਵੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਦੂਸਰੀ ਗੱਲ ਰੂਹਾਨੀ ਫਜ਼ਾਨ ਸਾਹਿਬ ਤੁਹਾਨੂੰ ਦੱਸਾਂ ਕਿ ਜਿਹੜਾ ਤਸਲੀਮ ਉਮਰ ਸਾਹਿਬ ਨੇ ਉੱਥੇ ਗੱਲ ਕੀਤੀ ਹੈ ਨਾ, ਉਹਨਾਂ ਮੈਂ ਉਹ ਸ਼ੁਰੂ ਸੁਣਿਆ ਤੇ ਬਾਅਦ ਚ ਮੈਂ ਨਹੀਂ ਸੁਣੀ। ਸ਼ੁਰੂ ਤੋਂ ਜਦੋਂ ਗੱਲ ਕਰ ਰਹੇ ਸਨ ਕਿ ਜਿਹੜਾ ਵੀ ਹਜ਼ਰਤ ਮਸੀਹ ਮਊਦ अलैहिस्सलाम ਦੀ ਇਸ ਕਿਤਾਬ ਨੂੰ 3 ਦਫਾ ਇੱਕ ਅੱਛੇ ਤਕਵਾ ਨਾਲ ਪੜ੍ਹੇ, ਉਹਦੇ ਤੇ ਜ਼ਰੂਰ ਇਹਦਾ ਜਿਹੜਾ ਨਾ ਪੋਜ਼ਿਟਿਵ ਅਸਰ ਹੁੰਦਾ ਹੈ। ਉਹਦਾ ਚੈਲੰਜ ਕਰਨਾ ਬਣਦਾ ਹੈ ਆਮਰ ਨਜ਼ੀਰ ਸਾਹਿਬ ਨੇ ਚੈਲੰਜ ਕਰਨਾ। ਨਹੀਂ, ਅਗਰ ਆਮਰ ਨਜ਼ੀਰ ਸਾਹਿਬ ਨਹੀਂ ਮਤਲਬ ਅਬੂ ਜਹਿਲ ਨੂੰ ਚੈਲੰਜ ਕੀਤਾ ਹੁੰਦਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ। ਉਹੀ ਤੇ ਮੈਂ ਕਹਿੰਦਾ ਨਾ, 3 ਵਾਰੀ ਪੜ੍ਹ ਕੁਰਾਨ ਤੇ ਤੂੰ ਸਾਬਤ ਮੁਸਲਮਾਨ ਹੋ ਜਾਏਗਾ। ਇਹ ਕੋਈ ਗੱਲ ਹੈ? ਉਹੀ ਤੇ ਮੈਂ ਪਿਆ ਕਹਿ ਰਿਹਾ ਵਾਂ ਕਿ ਯਾਰ ਰੂਹਾਨੀ ਫਜ਼ਾਨ ਸਾਹਿਬ ਸੁਣੋ ਸੀ ਨਾ, ਕਿ ਜਦੋਂ ਉਹ 3 ਦਫਾ ਸੁਣ ਲੈਣੀ ਹੈ ਨਾ, ਉਹਨਾਂ ਪੜ੍ਹ ਲੈਣੀ ਅੱਜ ਤੇ ਉਹ ਤੁਸੀਂ ਦੇਖੋ ਨਾ ਥੱਲੇ ਉਹ ਅਬੂ ਬਕਰ ਮੀਰ ਕੀ ਲਿਖ ਰਿਹਾ ਸੀ ਤੇ ਉੱਤੇ ਆ ਕੇ ਤਾਰੀਫ ਕਰ ਰਿਹਾ ਸੀ, ਯਾਨੀ ਕਿ ਉਹਨਾਂ ਦੇ ਕੋਲੋਂ ਫੇਲ 'ਚ ਜ਼ਬਰਦਸਤ ਤਜ਼ਾਦਾਤ ਨੇ। तो आमर नज़ीर साहब जो 3 दफ़ा सुननी है ना, 3 दफ़ा पढ़ लेनी है, उस तो बाद वो तो ना तनकीद करनी है। हुण इतनी ऐसी किताब जिन्हों के इन्हां दे रूहानी वालदैन भी कह चुके हैं कि वो इस्लाम का जबरदस्त दिफा किया गया और एक कुरान करीम की बेहतरीन तफसीर इस्तेमाल पेश की गई है, वो तनकीद किस तरह करनगे? असल तो तुसी इतनी जल्दी गुस्से च ना आवो, उन्हां दा दा इंतजार करो जदों आमर नज़ीर साहब उन्हें सुनने तो बाद वो तनकीद करन दे, उत्थों साबित हो जाएगा कि मजीद भी पढ़ ले तो नहीं हो सकता। यह गल है सिंपल जी, कोई ऐसी वैसी शर्त नहीं लगी तो ना ही कोई ऐसा कोई दुनिया उल्ट गई है, क्यों इतने जज्बात आ जाते हो? यही गल मौलवी साहब ने आज रखी सीगी नेक नीति नाल, तकवे नाल, मेरा और उस तो बाद उन्हां नूं तनकीद करने दा मौका दिओ कि तनकीद करो इहदे ते कि यही गल मैं अज रखी सीगी। मैं क्या 3 दिन बाद मैं अपना मौकफ देंगा, मैं वेखांगा कि जिन्ना अच्छा रवैया अज कोई गालीबाजी नहीं हुई, कोई है नहीं। मैं 3 दिन बाद मैं मौकफ देंगा जो मैं देखांगा कि क्या है वो चीज़ मुस्तकिल है कि ये आरजी है, असी इन्हां चीज़ां नूं किहड़ा कि भी भुल्ले हैं कि की होना है। अच्छा आज ना आज अली वाला तो मैं एक अद्धी बारी उत्ते वेखिया, नहीं मैं थल्ले आंदा जांदा रहा, मैं ते तरले पाने वेखिया काल चुको काल चुको काल चुको, सारे नहीं चुकिया उन्होंने ना। आजाद राजपूत साहब मैं ही तो कहंदा रहा जदों तस्लीम साहब काल पाई सीगी, हाँ चुक लो ਤੁਸੀਂ ਮੈਨੂੰ ਤੇ ਮੋਡਰੇਟਰ ਨਹੀਂ ਬਣਾਇਆ, ਠੀਕ ਹੈ ਤੁਸੀਂ ਯਸ਼ ਕਰੋ, ਤੁਸੀਂ ਸਾਡੀ ਕੀ ਅਹਿਮੀਅਤ ਹੈ ਤੁਹਾਡੀ ਨਜ਼ਰ 'ਚ, ਠੀਕ ਹੈ। ਮੈਂ ਆਜ਼ਾਦ ਰਾਜਪੂਤ ਸਾਹਿਬ ਇਹ ਗੱਲ ਕਰ ਰਿਹਾ ਕਿ ਜਦੋਂ ਉਹ ਤਸਲੀਮ ਸਾਹਿਬ ਇਹ ਬੌਂਗੀ ਮਾਰ ਰਹੇ ਸਨ ਨਾ, ਤੇ ਮੈਂ ਕਾਲ ਪਾਈ ਥੱਲੇ ਸੈਣੀ ਸਾਹਿਬ ਨੂੰ, ਨਹੀਂ ਚੁੱਕੀ। ਤੁਸੀਂ ਗੱਲ ਗਲਤ ਕਰ ਰਹੇ ਹੋ ਰੂਹਾਨੀ ਫਜ਼ਾਨ ਸਾਹਿਬ, ਗਜਨੀ ਸਾਹਿਬ ਇਹਨਾਂ ਨੇ ਆਪਣਾ ਵਾਦਾ ਹੁਣ ਦੇਖ ਲਓ ਯਾਰ, ਉਹਨਾਂ ਗਲਤ ਗੱਲ ਨਹੀਂ ਕੀਤੀ। ਉਹਨਾਂ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜਾ ਵੀ ਬੰਦਾ ਮਨਸੂਰ ਸਾਹਿਬ ਨੇ ਰੂਹਾਨੀ ਫਜ਼ਾਨ ਸਾਹਿਬ ਉਹਨਾਂ ਆਖਿਆ ਜਿਹੜਾ ਵੀ ਬੰਦਾ ਇਹਨੂੰ ਤਕਵਾ ਨਾਲ ਪੜ੍ਹੇਗਾ ਉਹਦੇ ਤੇ ਜ਼ਰੂਰ ਇਹਦਾ ਅਸਰ ਹੋਵੇਗਾ। ਹੁਣ ਜਿਹੜਾ ਜਿਹਨੇ ਪੜ੍ਹਨਾ ਹੀ ਨਹੀਂ ਤਕਵਾ ਨਾਲ, ਉਹਦੇ ਤੇ ਕੀ ਅਸਰ ਹੋਣਾ ਹੈ? ਤੇ ਉਹ ਮੌਲਵੀ ਸਾਹਿਬ ਨੂੰ ਫਿਰ ਸਾਨੂੰ ਕਿੰਜ ਪਤਾ ਲੱਗੇਗਾ ਕਿ ਸਾਹਿਬ ਨੇ ਜੋ ਕਰਵਾਇਆ ਉਹ ਠੀਕ ਕਰਵਾਇਆ? ਤਕਵਾ ਦਾ ਜ਼ਿਕਰ ਕਰ ਰਹੇ ਨੇ ਉਹਦੇ ਆਮਰ ਨਜ਼ੀਰ ਨਾਲ। रूहानी फजान भाई एक मिनट, वो अमन नज़ीर को जो पढ़वाया तस्लीम ने वो ठीक किया? वो जे आप नहीं इन्ने जोगा पढ़ सकता ही तो देखो क्यों पढ़वाया? ਉਹ ਜਿਹੜੀ ਕਿਤਾਬ ਹਜ਼ਰਤ ਮਸੀਹ ਮਊਦ अलैहिस्सलाम ਦੀ ਕਿਤਾਬ,
ਫਿਰ ਬਨੀ ਇਸਰਾਇਲ ਪੜਨ ਡਿਆ ਸੀ ਉੱਥੇ। ਬਨੀ ਇਸਰਾਇਲ ਨੂੰ ਕੀ ਹੱਕ ਬਣਦਾ ਪੜਨ ਦਾ? ਯਾਰ ਆ ਮੈਨੂੰ ਨਾ ਮੈਂ ਹਿਸਾਬ ਲਾ ਲਾ ਸਾਹਿਬ ਉਹ ਇੱਕ ਮਿੰਟ ਗਈ ਨਹੀਂ, ਇੱਕ ਮਿੰਟ ਗਈ ਜੇ ਤੁਸੀਂ ਸਾਰੇ ਉੱਥੇ ਬਹਿ ਗਏ 80 90 ਬੰਦੇ ਕੀਤੇ ਸੀ, ਹੁਣ ਇੱਥੇ ਆ ਕੇ ਲੜਨ ਦੇ ਹੋ। ਆਹੋ ਅੱਛਾ ਅਠਵਾਲ ਸਾਹਿਬ ਨਹੀਂ ਤੇ ਰਾਣਾ ਸਾਹਿਬ ਇੱਕ ਮਿੰਟ ਦਿਓ। ਅਸੀਂ ਕਿੱਥੇ ਜਾ ਕੇ ਉਹਨਾਂ ਨੂੰ ਰੋਕੀਏ? ਗੱਲ ਫਿਰ ਇਹ ਕਿ ਜਦੋਂ ਕਿਤੇ ਵੀ ਜੰਗ ਦਾ ਵੀ ਦੌਰ ਜਿਹੜਾ ਸੀ, ਪੁਰਾਣੀਆਂ ਫਿਲਮਾਂ ਵੇਖੋ ਨਾ, ਜੰਗ ਲਈ ਬਹਾਦਰ ਪਹਿਲੇ ਨਿਕਲਦੇ ਸਨ ਸਾਹਮਣੇ ਆਮਣੇ, ਦੋ ਤਿੰਨ ਨਿਕਲਦੇ ਸਨ, ਲੇਕਿਨ ਬਹਾਦਰ ਤੀਨ ਜੋ ਸਮਝਦੇ ਸਨ ਜਾਂ ਜਿਹੜੇ ਬੰਦੇ ਉਸ ਕਲਾ ਦੇ ਪੂਰੇ ਕਾਰੀਗਰ ਹੁੰਦੇ ਸਨ ਉਹਨਾਂ ਨੂੰ ਅੱਗੇ ਤੋਰਦੇ ਸੀ, ਤਲਵਾਰਬਾਜ਼ੀ ਉਹਨਾਂ ਨੂੰ ਆਉਂਦੀ ਸੀ। ਇਹੀ ਰੌਲਾ ਹੀ ਸਾਰਾ। ਤੇ ਜੇ ਤੁਸੀਂ ਸਮਝਦੇ ਜੇ ਕਿ ਤੁਸੀਂ ਸਾਡੇ ਵਿੱਚੋਂ ਸਭ ਤੋਂ ਬਿਹਤਰ ਜੇ, ਤੇ ਅੱਗੇ ਚੜ ਕੇ ਜਵਾਬ ਦਿਓ ਜਾਓ। ਨਹੀਂ ਇੱਕ ਮਿੰਟ ਜ਼ਰਾ, ਜੇ ਮੈਂ ਵੀ ਉੱਥੇ ਬੈਠਾ ਰਹਿੰਦਾ ਨਾ ਸੁਣਦਾ ਰਹਿੰਦਾ ਤੇ ਮੇਰਾ ਪਾਰਾ ਤੁਹਾਡੇ ਸਭ ਤੋਂ ਜ਼ਿਆਦਾ ਹਾਈ ਹੋਣਾ ਸੀ। ਖੁਦਾ ਦੀ ਕਸਮ ਮੈਂ ਉੱਥੇ ਗਿਆ, ਮੈਂ ਦੇਖਿਆ ਰੂਹਾਨੀ ਪ੍ਰਧਾਨ ਖੁਦਾ ਹਾਂ ਉਹ ਨਹੀਂ ਤੁਹਾਡਾ ਤੁਸੀਂ ਕਹਿ ਰਹੇ ਹੋ, ਮੈਂ ਸੁਣਨੀ ਸੀ ਉਹ ਕਿਤਾਬ ਜਦੋਂ ਇਸਲਾਮੀ ਅਸੂਲ ਕੀ ਫਿਲਾਸਫੀ ਜਦੋਂ ਪੜ੍ਹੀ ਜਾ ਰਹੀ ਸੀ, ਤੁਸੀਂ ਕਹਿ ਰਹੇ ਸੀ ਮੇਰਾ ਪਾਰਾ ਆਈ। ਤੁਹਾਡਾ ਪਾਰਾ ਕਿਉਂ ਆਈ ਹੋਣਾ ਸੀ? ਉਹ ਤੇ ਬੜੀ ਜ਼ਬਰਦਸਤ ਤਰੀਕੇ ਨਾਲ ਕਿਤਾਬ ਪੜ੍ਹੀ ਗਈ। ਨਹੀਂ ਮੈਂ ਜਦੋਂ ਗਿਆ ਕੋਈ ਕਿਤਾਬ ਨਹੀਂ ਸੀ ਪੜ੍ਹੀ ਜਾ ਰਹੀ, ਉੱਥੇ ਕੋਈ ਖੰਦੀਰ ਨਹੀਂ ਸੀ ਉੱਥੇ ਬੈਠਾ, ਉੱਥੇ ਬਸ਼ਰ ਬੋਲਣ ਡਿਆ ਸੀ। ਮੈਂ ਐਵੇਂ 1 ਮਿੰਟ ਸੁਣਿਆ, ਮੈਂ ਕਿਹਾ ਕੰਮ ਖਰਾਬ ਹੋ ਜਾਣਾ, ਤੇ ਮੈਂ ਆ ਕੇ ਬਰਾੜ ਆਨ ਕਰਕੇ ਰੁਕੇਸ਼ ਭਾਈ ਮੈਂ ਕਿਹਾ ਤੂੰ ਇੱਧਰ ਆ ਜਾਵੇ ਨਾ ਚੁੱਪ ਕਰਕੇ। ਇਹ ਨਹੀਂ ਜਵਾਨ ਦਾ ਪੁੱਤਰ ਆਇਆ, ਹੁਣ ਏਦਾਂ ਸਾਰੇ ਇੱਧਰ ਉਹ ਤਾਂ ਸਾਰਾ ਕੁਝ ਸੁਣ ਕੇ ਆ ਗਏ, ਇੱਥੇ ਗੁੱਸੇ ਕੱਢਣ ਡਏ ਨੇ ਇਹਦੇ ਨੇ। ਹੁਣ ਦੇਖੋ ਤੁਹਾਡੇ ਸਾਹਮਣੇ ਬਹੁਤ ਗੱਲ ਹੋ ਰਹੀ ਹੈ, ਤੁਹਾਡੀ ਗੁਫ਼ਤਗੂ ਐਸੀ ਹੋ ਰਹੀ ਹੈ ਕਿ ਰੋਜ਼ੀ ਰਾਣਾ ਸਾਹਿਬ ਫੈਸਲੇ ਤੇ ਚੋਰੀਆਂ ਦੇ ਡੇਰੇ ਤੇ ਹੁੰਦੇ ਨਾ, ਹੁਣ ਇੱਥੇ ਹੁਣ ਕੇ ਇੱਥੇ ਆ ਕੇ ਤੇ ਫੈਸਲੇ ਹੋਣੇ ਨੇ। ਤੁਸੀਂ ਆਪਸ ਚ ਗਰਮਾ ਗਰਮੀ ਕੱਢੇ, ਰੋਜ਼ੀ ਡਾਂਸਰ ਦਾ ਭਰਾ ਕਿੰਨਾ ਖੁਸ਼ ਹੋਣ ਡਿਆ। ਉਹ ਨਹੀਂ ਜਿਹੜੀ ਸਭ ਦਾ ਟੈਂਟਰ ਵਾਲੇ ਨਾਲ ਵਿਆਹੀ ਸੀ 3 ਨਿਆਣਿਆਂ ਦੇ ਵਿੱਚੋਂ, ਨੀਫਾ ਕੰਜਰ ਉਹਦਾ ਭਰਾ, ਸੁਣਦੇ ਹੋ ਨਾ? ਇਹ ਛੋਟਾ ਭਰਾ ਹੈ ਉਹਦਾ। ਫੀਜਾ ਟੈਕਸੀ ਦਾ ਪੁੱਤਰ ਡਰੱਗ ਵੇਚਦੀ ਸੀ, ਉੱਥੇ ਨਾਲ ਗੇਮ ਪਾਉਂਦੀ ਸੀ, ਉਹਦਾ ਪੁੱਤਰ ਕਿਵੇਂ ਸੁਣਨ ਡਿਆ ਤੁਹਾਨੂੰ? ਉਹ ਵੇਖੋ ਖੁਦਾ ਦੀ ਕਸਮੇ, ਉਹ ਤੁਸੀਂ ਆਪਣਾ ਆਪ ਨੂੰ ਸਹੀ ਕਰ ਲਓ, ਨਹੀਂ ਤੇ ਟੈਕਸੀਆਂ ਦੇ ਨਿਆਣੇ ਇੰਜੋਏ ਕਰਨ ਦੇ ਯਾਰ। ਇਹਦੇ ਵਿੱਚ ਕਿਹੜੀ ਗੱਲ ਹੈ? ਇਹ ਤੇ ਅਸੀਂ ਤੇ ਆਪਸ ਚ ਭਰਾ ਵਿਆਹ ਕੇ ਗੱਲਾਂ ਕਰਨ ਦੇ ਆ, ਕੋਈ ਸਖਤ ਅਲਫਾਜ਼ ਨਹੀਂ। ਉਹ ਤੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਨੇ, ਵੱਡੇ ਮਾਈਕ ਲਾ ਕੇ, ਜੇ ਚਾਹੀਦੀਆਂ ਨੇ ਕਿਸੇ ਨੂੰ ਤਾਂ ਹੁਣ ਹੀ ਸੁਣਾ ਦਿੰਦਾ। ਅਸ਼ਾ ਡੱਡੂ ਕੋ ਜਾ, ਉਹਨੇ ਕਿਸੇ ਨੂੰ ਨਹੀਂ ਛੱਡਿਆ, ਮਤਲਬ ਆਕਾਸ਼ ਨੇ ਕਿਸੇ ਨੂੰ ਛੱਡਿਆ, ਨਾ ਕਿਸੇ ਆਲਮ ਨੂੰ ਛੱਡਿਆ, ਨਾ ਕਿਸੇ ਆਮ ਆਦਮੀ ਨੂੰ ਛੱਡਿਆ। ਤੇ ਇਹਨਾਂ ਦਾ ਤੇ ਆਪਸ ਦੇ ਵਿੱਚ ਗਜਨੀ ਸਾਹਿਬ ਤੁਹਾਨੂੰ ਕਹਿੰਦੇ ਪਤਾ ਚੱਲਿਆ ਕਿ ਕੰਜ ਨਹੀਂ ਛੱਡਿਆ? ਚੌਧਰੀ ਨਸਰੁੱਲਾ ਸਾਹਿਬ ਦਾ ਨਾਮ ਆਇਆ। ਤੁਹਾਡੇ ਸਵਾਲ ਜਿਹੜੇ ਨੇ ਸਖਤ ਨੇ ਮੈਨੂੰ 3 ਦਿਨ ਦੇ ਰਹੇ ਹੋ ਸੋਚਣ ਲਈ, ਕਿੰਨਾ ਦਿਨਾਂ ਬਾਅਦ ਤੁਹਾਨੂੰ ਜਵਾਬ ਦਊਂਗਾ। ਅੱਛਾ ਗੱਲ ਸੁਣੋ। ਨਹੀਂ ਮੈਂ ਯਾਰ 1 ਮਿੰਟ ਯਾਰ, ਚੁੱਪ ਕਰੋ ਮਨਸੂਰ ਭਾਈ, ਚੁੱਪ ਕਰੋ ਤੁਸੀਂ। ਅੱਛਾ ਗਜਨੀ ਭਾਈ ਪਲੀਜ਼, ਚੌਧਰੀ ਨਸਰੁੱਲਾ ਸਾਹਿਬ ਦਾ ਨਾਮ ਲੈ ਦੇਣਾ, ਉਹਨਾਂ ਵੀ ਮਾਈਕ ਲਾਇਆ ਸਨ ਪਲੀਜ਼। ਇੰਨਾ ਲਿੱਲਾ ਹੈ ਇੰਨਾ ਲਹਿਰਾ ਜਾ, ਮੈਨੂੰ ਉੱਥੇ ਨਾ ਤੁੰਨੋ। ਬਸ ਕਰੋ ਤੂੰ ਬਸ਼ਰ ਬਾਦ। ਗਜਨੀ ਸਾਹਿਬ ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ। ਮੈਂ ਇੱਥੇ ਬੈਠਾ 1 to 1 ਜੀ ਟਾਈਮ ਲਾ ਦਿਓ। ਨਹੀਂ ਚੌਧਰੀ ਨਸਰੁੱਲਾ ਨੇ ਮੇਰਾ ਕੱਚਾ ਪੱਕਾ ਵਾਅਦਾ ਕਰ ਲਿਆ ਕਿ ਸ਼ਾਇਦ ਇਹ ਕੰਮ ਨਾ ਕਰੋ ਤੇ ਦੂਜੇ ਬੰਦੇ ਨੂੰ ਥੋੜਾ ਜਿਹਾ ਠੰਡਾ ਕਰੋ ਯਾਰ। ਨਾ ਕਰੋ ਯਾਰ, ਇਹ ਕੰਮ ਨਾ। ਮਨਸੂਰ ਸਾਹਿਬ ਕਰੋ, ਤੁਸੀਂ ਸਵਾਲ ਕਰੋ। ਹੁਣ ਇਸ ਕੰਮ ਨੂੰ ਨਾ ਛਾਲਣਾ ਜ਼ਿਆਦਾ, ਕੱਚਾ ਪੱਕਾ ਜਿਹਾ ਵਾਅਦਾ ਹੈ। ਗਜਨੀ ਸਾਹਿਬ ਜੀ ਇਹ ਤੁਸੀਂ ਉਹਨਾਂ ਦੀਆਂ ਬਰਾਡਾਂ ਤੇ ਜਾਂਦੇ ਹੋ? ਤੁਸੀਂ ਕਹਿ ਰਹੇ ਤੁਹਾਡੇ ਕੋਲ ਰਿਕਾਰਡਿੰਗ ਵੀ ਹੈ? ਹਾਂਜੀ, ਮੈਂ ਇੱਕ ਜਗ੍ਹਾ ਦੇ ਉੱਤੇ ਪਈਆਂ ਰਿਕਾਰਡਿੰਗਾਂ ਤੁਹਾਨੂੰ ਚਾਹੀਦੀਆਂ ਨੇ, ਭੇਜ ਦਿੰਦਾ ਤੁਹਾਨੂੰ। ਨਹੀਂ ਉਹ ਤੁਸੀਂ ਮਤਲਬ ਕਹਿੰਦੇ ਉਹ ਰਿਕਾਰਡਿੰਗਾਂ ਹਾਸਲ ਕੀਤੀਆਂ, ਮਤਲਬ ਇੱਕ ਸਾਡਾ ਇੱਕ ਗਰੁੱਪ ਹੈ, ਉਹ ਟੈਲੀਗ੍ਰਾਮ ਦੇ ਉੱਤੇ ਹਰ ਤਰ੍ਹਾਂ ਦੀ ਰਿਕਾਰਡਿੰਗ ਉਹ 'ਚ ਆਉਂਦੀ ਹੈ। ਤੁਸੀਂ ਵੀ ਉਹ 'ਚ ਸ਼ਾਮਲ ਹੋ ਜਾਓ ਤਾਂ ਕਿ ਤੁਹਾਡੇ ਕੋਲ ਵੀ ਤੁਸੀਂ ਵੀ ਇਹ ਦਾਅਵਾ ਕਰ ਸਕਦੇ। ਨਹੀਂ ਉਹ ਕੌਣ ਬੰਦੇ ਨੇ ਜਿਹੜੇ ਉੱਥੇ ਜਾਂਦੇ ਨੇ ਤੇ ਰਿਕਾਰਡਿੰਗ ਕਰਦੇ ਨੇ? ਪਤਾ ਨਹੀਂ, ਉਹਨਾਂ ਦੇ ਨਾਂ ਨਹੀਂ ਉੱਤੇ ਆਉਂਦੇ। ਤੁਸੀਂ ਵਾਕਈ ਸੀਰੀਅਸ ਹੋ? ਗੁਲਾਮ ਸਾਹਿਬ ਕੇ ਮਨਸੂਰ ਭਾਈ ਨੇ ਵੀ ਉਸ ਗਰੁੱਪ 'ਚ ਸ਼ਾਮਲ ਕੀਤਾ ਜਾਏ? ਇਹਨਾਂ ਨੂੰ ਸ਼ਾਮਲ ਕੀਤਾ ਜਾਓ ਕਿਉਂਕਿ ਨਹੀਂ, ਤੁਹਾਡੀ ਮਿਹਰਬਾਨੀ ਹੈ, ਮੈਂ ਤੁਹਾਡੇ ਪੈਰੀ ਪੈਣਾ ਪਲੀਜ਼। ਗਜਨੀ ਸਾਹਿਬ ਜੇ ਟਿਕਟਾਕ ਦੀ ਦੁਨੀਆ ਦੇ ਕੋਈ ਬੰਦਾ ਸਮਝਦਾ ਨਾ ਤੇ ਰੂਹਾਨੀ ਫਜ਼ਾਨ ਸਾਹਿਬ ਮੈਨੂੰ ਸਮਝਦੇ ਨੇ। ਮੈਂ ਕਹਿੰਦਾ ਕਿ ਜਿਹੜਾ ਕੋਈ ਸਿਆਣਾ ਬੰਦਾ ਹੈ ਨਾ, ਉਹ ਤੁਸੀਂ ਜੇ ਤੇ ਜਿਹੜੇ ਉੱਥੇ ਬਹਿੰਦੇ ਤੁਹਾਡੇ ਨਾਲ ਉਹ ਨੇ। ਨਹੀਂ ਇਹ ਮਲਕ ਕਾਸ਼ ਤੇ ਉਹ ਕੀ ਦੂਸਰੇ ਦਾ ਕੀ ਕਹਿ ਰਹੇ ਹੋ, ਕੀ ਨਾਮ ਹੈ? ਸ਼ਾਹਦ ਭਾਈ ਡੱਡੂ। ਅੱਛਾ ਮੈਨੂੰ ਤਾਂ ਸਾਰੇ ਇਹ ਦੱਸੋ, ਜਿਹੜੇ ਬੰਦੇ ਤੁਹਾਡੇ ਵਾਲਦਿਆਂ ਨੂੰ ਗਾਲਾਂ ਕੱਢਦੇ ਹੋਣ, ਤੁਸੀਂ ਉਹਨਾਂ ਨਾਲ ਬਹਿਣਾ ਪਸੰਦ ਕਰੋਗੇ? ਇਹ ਦੱਸ ਦਿਓ ਮੈਨੂੰ। ਨਹੀਂ ਇਹ ਪੁੱਛੋ ਉਹਨਾਂ ਦੀ ਰਿਕਾਰਡਿੰਗ ਕਰਨਾ ਪਸੰਦ ਕਰੋਗੇ? ਇਹ ਪੁੱਛੋ। ਇਹ ਮੇਨ ਗੱਲ ਹੈ ਨਾ ਜਿਹੜੀ ਉਹਨਾਂ ਨੇ ਫੜ ਲਈ ਨਾ। ਮਨਸੂਰ ਸਾਹਿਬ ਮੈਂ 3 ਦਿਨ ਦਾ ਟਾਈਮ ਦੇ ਦਿਓ, ਤੁਹਾਡਾ ਸਵਾਲ ਸਕਤੇ ਸੀ। ਮੈਂ
ਸਲਾਹ ਕਰਨੀ ਹੈ 4 ਆਪਣੇ ਮੈਂਬਰਸ ਦੇ ਨਾਲ, ਦੇਖੋ ਤੇ ਤੁਹਾਨੂੰ ਇੱਥੇ ਜਵਾਬ ਦਾਂਗੇ। ਕਈ ਸਹਾਫੀ ਨੇ ਐਜੇ ਸਹਾਫੀ ਟਿਕਟਾਕ ਤੇ ਫਿਰਨੇ ਨੇ ਔਰ ਸਭ ਕੁਝ ਰਿਕਾਰਡ ਕਰਨ ਦੇ ਨੇ। ਆਹੋ ਉਹ ਸਹਾਫੀ ਨੇ ਉਹ ਆਪਣੀ ਰਿਪੋਰਟ ਚਾਲੂ ਰੱਖਦੇ ਨੇ ਤੇ ਉਹਨਾਂ ਦਾ ਕੰਮ ਉਹਨਾਂ ਨੂੰ ਕਰਨ ਦਿਓ। ਅਗਰ ਐਸ ਆ ਜਿਹੜੀ ਲਾਈਵ ਚੱਲਣ ਦੀ ਇਹਦੀ ਵੀ ਰਿਕਾਰਡਿੰਗ ਚਾਹੀਦੀ ਹੋਏਗੀ ਨਾ, ਤੇ ਇਹਦੀ ਰਿਕਾਰਡਿੰਗ ਵੀ YouTube ਦੇ ਉੱਤੇ ਪਈ ਹੁੰਦੀ ਹੈ, ਸਾਰੇ ਲੋਕ ਚਾੜਦੇ ਨੇ ਰਿਕਾਰਡਿੰਗਾਂ, ਜਿੰਨੇ ਵੀ ਲੋਕ ਨੇ ਉੱਥੋਂ ਜਾ ਕੇ ਸੁਣ ਲਿਓ। ਮੈਂ ਤੇ ਕਿਸੇ ਦੀ ਰਿਕਾਰਡਿੰਗ ਇਸ ਲਈ ਨਹੀਂ ਕਰਦਾ ਕਿ ਇੱਕ ਸਮਾਨ ਇੰਨਾ ਹੈ ਟਾਈਮ ਨਹੀਂ ਹੁੰਦਾ। ਬੁਰਾਈ ਨੂੰ ਜਿੰਨਾ ਵੀ ਘੱਟ ਫੈਲਾਇਆ ਜਾਏ। ਹਾਂਜੀ ਹਾਂਜੀ ਕਰੋ ਗੱਲ। ਮੌਲਾਨਾ ਆਜ਼ਾਦ ਰਾਜਪੂਤ ਸਾਹਿਬ, ਇਹ ਜਿਹੜੇ ਸਵਾਲਾਤ ਹੁੰਦੇ ਨੇ ਨਾ ਕਿ ਕੋਈ ਵਾਲਦੈਨ ਨੂੰ ਗਾਲੀ ਕੱਢੇ ਇਹ ਉਹ, ਮੈਂ ਸਮਝਣਾ ਕਿ ਇੱਥੇ ਇਸ ਮੀਡੀਅਮ ਉੱਤੇ ਬੇਮੈਨੀ ਨੇ। ਇੱਥੇ ਕੋਈ ਵੀ ਚੀਜ਼ ਰੁਪਏ ਆਖਰ ਨਹੀਂ, ਔਰ ਨਾ ਮੁਮਕਨ ਹੈ ਬਾਤ ਜਗ੍ਹਾ ਦੇ ਉੱਤੇ ਕੌਣ ਕਿੱਥੇ ਪਾਇਆ ਜਾਂਦਾ ਹੈ, ਬਾਜ਼ ਔਕਾਤ ਉਹਦੇ ਆਪਣੇ ਕੰਟਰੋਲ ਵਿੱਚ ਵੀ ਨਹੀਂ ਹੁੰਦਾ। ਇਸ ਵਜ੍ਹਾ ਤੋਂ ਤੁਸੀਂ ਬਾਰ-ਬਾਰ ਕੋਸ਼ਿਸ਼ ਕਰਨਾ ਕਿ ਆਪਣੀ ਬਰਾਡ ਉੱਤੇ ਕੋਸ਼ਿਸ਼ ਕਰੋ, ਨਜ਼ਰੀਆਤ ਉੱਤੇ ਗੁਫ਼ਤਗੂ ਹੋਵੇ, ਤਨਕੀਦ ਵੀ ਕਿਸੇ ਤੇ ਹੋਵੇ ਤੇ ਅਮੂਮੀ ਹੋਵੇ, ਔਰ ਕਿਸੇ ਦੀ ਹਮਾਇਤ ਵੀ ਕਰਨੀ ਹੋਵੇ ਤਾਂ ਉਹ ਵੀ ਅਮੂਮੀ। ਜਿਹੜੇ ਨਾ ਅਸੀਂ ਉਹਨੂੰ ਪਿਨ ਪੁਆਇੰਟ ਕਰ ਦਿੰਦੇ ਹਾਂ ਔਰ ਬੜਾ ਉਹ ਵੀ ਚਲੋ ਇੱਕ ਸਰੇ ਰਾਹ ਤੇ ਹੋ ਜਾਂਦੀ ਹੈ, ਲੇਕਿਨ ਉਹਦੇ ਉੱਤੇ ਬਹੁਤ ਲੰਬੀ ਗੁਫ਼ਤਗੂ ਹੋਣਾ, ਉਹਦਾ ਕੋਈ ਰਿਜ਼ਲਟ ਨਹੀਂ ਜੇ ਨਿਕਲਣਾ। ਬੇਸ਼ੱਕ ਤੁਸੀਂ ਮੇਰੇ ਕੋਲ ਅੱਜ ਗੱਲ ਲਿਖਾ ਲਓ, ਕੋਈ ਇਹਦਾ ਰਿਜ਼ਲਟ, ਇਹਦਾ ਹਮੇਸ਼ਾ ਮੰਨਫੀ ਰਿਜ਼ਲਟ ਹੀ ਨਿਕਲਣਾ, ਪੋਜ਼ਿਟਿਵ ਰਿਜ਼ਲਟ ਨਹੀਂ ਨਿਕਲਣਾ, ਨਾ ਹੀ ਨਿਕਲ ਸਕਦਾ। ਤੇ ਇਸ ਵਜ੍ਹਾ ਤੋਂ ਇਹ ਚੀਜ਼ਾਂ ਮੈਂ ਤੇ ਇਹ ਚਾਹਨਾ ਹਮੇਸ਼ਾ ਪੋਜ਼ਿਟਿਵ ਗੱਲ ਹੋਵੇ, ਪੋਜ਼ਿਟਿਵ ਮੈਨਰ ਚ ਹੋਵੇ ਕਿ ਸਾਨੂੰ ਇੱਕ ਦੂਸਰੇ ਤੋਂ ਕੁਝ ਸਿੱਖਣ ਨੂੰ ਮੌਕਾ ਮਿਲੇ ਨਾ। ਤਸਲੀਮ ਉਮਰ ਸਾਹਿਬ ਆਏ ਨੇ, ਕਿਸੇ ਦੀ ਇੱਕ ਰਾਤ ਨੂੰ ਲੈ ਕੇ ਤੂੰ ਇਹ ਕਰਨਾ ਤੂੰ ਇਹ ਕਰਨਾ। ਮੈਂ ਇੱਕ ਨਜ਼ਰੀਆਤੀ ਸਵਾਲ ਰੱਖਦਾ ਕਿ ਤੁਸੀਂ ਰਾਣਾ ਸਾਹਿਬ ਇਜਾਜ਼ਤ ਦਿਓ ਤੇ ਆਜ਼ਾਦ ਮੌਲਾਨਾ ਸਾਹਿਬ, ਮੇਰਾ ਨਜ਼ਰੀਆਤੀ ਸਵਾਲ ਹੈ ਕਿ ਕਿੰਨੀ ਦਫਾ ਇਜਾਜ਼ਤ ਲੈ ਲਓ ਰਾਣਾ ਸਾਹਿਬ, ਕੋਈ ਇਜਾਜ਼ਤ ਲੈ ਲਓ। ਇਜਾਜ਼ਤ ਲਈ ਹੈ ਲਈ ਹੈ ਹਜ਼ਰਤ ਆਜ਼ਾਦ ਸਾਹਿਬ। ਹਾਂਜੀ ਹਾਂਜੀ ਕਰੋ ਗੱਲ। ਨਜ਼ਰੀਆਤੀ ਸਵਾਲ ਹੈ ਕਿ ਕਿੰਨੀ ਦਫਾ ਅਸੀਂ ਇੱਕ ਰੁੱਡ ਤੋਂ ਡੰਗੇ ਜਾਣਾ ਜਿਹੜਾ ਸਾਡੇ ਲਈ ਜ਼ਰੂਰੀ ਹੈ। ਇਹ ਤਾਂ ਨਜ਼ਰੀਆਤ ਨੇ, ਇਹਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਲਿਆ ਗਿਆ। ਦੇਖੋ ਇਹ ਕਹਾਵਤ ਹੈ ਕਿ ਅਗਰ ਦਮੂਈ ਲੜ ਜੇ ਨਾ ਤੁਹਾਨੂੰ ਤੇ ਤੁਹਾਨੂੰ ਹਰ ਚੰਦ ਆਪ ਲੜਾਣੀ ਪੈਂਦੀ ਤਾਂ ਕਿ ਤੁਹਾਡੇ ਫਰਕ ਮਿਟੇ। ਤੇ ਇਸ ਲਈ ਮੈਨੂੰ ਜਵਾਬ ਮਿਲ ਗਿਆ, ਮੈਨੂੰ ਜਵਾਬ ਮਿਲ ਗਿਆ, ਮੈਨੂੰ ਜਵਾਬ ਮਿਲ ਗਿਆ ਬਸ ਖਤਮ। ਨਜ਼ਰੀਆਤ ਮੇਰੇ ਮੁੱਕ ਗਏ। ਜੀ ਜੀ ਰੂਹਾਨੀ ਫਜ਼ਾਨ ਸਾਹਿਬ, ਤੁਹਾਨੂੰ ਡਰਾਇੰਗ ਆਉਂਦੀ ਹੈ? ਜੀ ਜੀ। ਤੁਸੀਂ ਕਿੱਥੇ ਗਜਨੀ ਬੈਠਾ ਹੋਵੇ ਨਾ, ਉਹਦੇ ਆਲੇ ਦੁਆਲੇ ਨਾ ਇੱਕ ਇਤਕਾਫ ਵਾਲਾ ਖੈਮਾ ਨਹੀਂ ਹੁੰਦਾ, ਉਹ ਜਿਹਾ ਬਣਾ ਦਿਆ ਕਰੋ ਤਾਂ ਕਿ ਚੁੱਪ ਰਵੇ ਥੋੜੀ ਦੇਰ ਨੂੰ। ਯਾਰ ਉਹ ਤਸਲੀਮ ਭਾਈ ਨੂੰ ਤੇ ਪਿਕ ਕਰੋ, ਥੱਲੇ ਤਸਲੀਮ ਭਾਈ ਬੈਠੇ ਨੇ, ਤਸਲੀਮ ਉਮਰ ਸਾਹਿਬ ਤੇ ਹਜ਼ਰਤ ਰਾਣਾ ਸਾਹਿਬ ਕੀ ਗੱਲ ਕੀਤੀ, ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਗੱਲ ਦੀ। ਮੈਂ ਥੋੜਾ ਠੀਕ ਹੋ ਗਈ ਗੱਲ ਹੋ ਗਈ। ਦੁਬਾਰਾ ਪਲੀਜ਼ ਇੱਕ ਵਾਰ ਫੇਰ ਹੋ ਜਾਏ। ਮੈਂ ਕਿਹਾ ਜਿੱਥੇ ਗੁਲਾਮ ਬੈਠਾ ਹੁੰਦਾ ਨਾ ਖਾਨੇ 'ਚ, ਉਹਦੇ ਉੱਤੇ ਨਾ ਡਰਾਇੰਗ ਪਾ ਦੇਣੀ ਹੈ ਕਿ ਇਹ ਇਤਕਾਫ ਵਾਲਾ ਖੈਮਾ ਨਾ, ਇਤਕਾਫ ਦੇ ਬੈਠੇ ਨੇ ਚੁੱਪ ਰਹਿਣਗੇ ਨਾ। ਆਪਣਾ ਰਾਣਾ ਸਾਹਿਬ ਥੱਲੋਂ ਤਸਲੀਮ ਸਾਹਿਬ ਨੂੰ ਲੋ, ਮੌਲਵੀ ਸਾਹਿਬ ਨੇ ਕਿੰਨੀ ਦਫਾ ਰਿਕੁਐਸਟ ਕੀਤੀ, ਇੱਕ ਮੌਲਵੀ ਕਿਉਂ ਰਿਜੈਕਟ ਕੀਤੀ ਗਈ ਜਾਂਦੇ ਨੇ? ਤਸਲੀਮ ਸਾਹਿਬ ਨੇ ਸਾਨੂੰ ਕਦੀ ਮਤਲਬ ਕਿ ਬਖਸ਼ੀ ਨਹੀਂ ਰੌਣਕ। ਉਹ ਤੇ ਲਵ ਕਰਦੇ ਨੇ ਕਿ ਆਪਣੇ ਅਹਿਮਦੀ ਭਰਾਵਾਂ ਦੇ ਨਾਲ ਬਹਿਣ ਨੂੰ। ਮੈਂ ਤੇ ਕਹਿੰਦਾ ਸੀ ਕਿ ਮੌਜੂ ਖਤਮ ਕਰੋ, ਸਾਰੇ ਬਹੁਤ ਹੋ ਗਿਆ ਲੜਾਈ ਝਗੜਾ। ਨਹੀਂ ਮਨਸੂਰ ਸਾਹਿਬ, ਤੁਸੀਂ ਉਹ ਇਸਲਾਮੀ ਸੂਲ ਦੀ ਫਲਸਫੀ ਪੜ੍ਹਨੀ ਜੇ ਤੇ ਤਸਲੀਮ ਸਾਹਿਬ ਨੂੰ ਲੈ ਕੇ ਉਹ ਕਹਿਣ ਕਿ ਮੈਂ ਜਮਾਤ ਛੱਡ ਦੇਣੀ ਹੈ ਅਗਰ ਇਸਲਾਮੀ ਸੂਲ की ਫਲਸਫੀ ਸਹੀ ਪੜ੍ਹੀ ਗਈ ਤੇ ਫਿਰ ਮੈਂ ਅਹਿਮਦੀ ਨਹੀਂ ਰਹਿਣਾ, ਤੇ ਜੇ ਨਾ ਸਹੀ ਪੜ੍ਹੀ ਗਈ ਤੇ ਫਿਰ ਮੈਂ ਅਹਿਮਦੀ ਹਾਂ। ਇਹ ਪੁੱਛੋ ਤਸਲੀਮ ਸਾਹਿਬ ਨੂੰ। ਉਹ ਕੋਈ ਗੱਲ ਨਹੀਂ, ਕੋਈ ਲੋਕੀ ਕੁਛ ਐਸੇ ਵੀ ਲੋਕੀ ਹੁੰਦੇ ਨੇ ਖੁਦ ਚਲੇ ਜਾਂਦੇ ਨੇ, ਕੁਛ ਧੱਕੇ ਨਾਲ ਘੱਲੀ ਜਾਂਦੇ ਨੇ, ਐਸੀ ਟੈਨਸ਼ਨ ਨਹੀਂ ਲਈਦੀ ਹੁੰਦੀ। एक मिनट जरा यार, एक मिनट। तस्लीम भाई अस्सलाम वालेकुम। वालेकुम सलाम। देखो बात ये है कि जो मौलवी साहब अभी नहीं मौलवी साहब ने आपको बुलाया है, ऊपर मौलवी साहब आप सलाम लें उनसे, हम कलाम हो तो हम खामोशी से सुनते हैं। ਜਨਾਬ ਮੇਰੀ ਗੱਲ ਸੁਣੋ, ਆਜ਼ਾਦ ਮੌਲਾਨਾ ਆਜ਼ਾਦ ਸਾਹਿਬ, ਇਹ ਜਿਹੜੇ ਤਸਲੀਮ ਭਾਈ ਨੇ ਨਾ ਬੜੇ ਬਹੁਤ ਦੂਰ ਦੀ ਗੱਲ ਕਰਦੇ ਨੇ, ਸ਼ਾਇਰ ਬੰਦੇ ਨੇ ਔਰ ਉਹ ਬੜੀ ਗਹਿਰੀ ਗੱਲ ਕਰਦੇ ਨੇ। ਤੁਸੀਂ ਤਸਲੀਮ ਸਾਹਿਬ ਦੀ ਆਪਣੀ ਜ਼ਬਾਨ ਸੁਣੋ, ਅੱਜ ਉਹਨਾਂ ਜਿਹੜੀ ਗੱਲ ਕੀਤੀ ਹੈ ਨਾ ਕਿ ਹਜ਼ਰਤ ਮਸੀਹ ਮਊਦ अलैहिस्सलाम ਦੀ ਕੋਈ ਕਿਤਾਬ ਪੜ੍ਹੇ, स्पेशली इस्लामी असूल की फ़िलासफ़ी, और दिल ना पढ़े और वाक़यातन उस मजमून ते गौर करे तो ਉਹਦੇ ਤੇ ਅਸਰ ਨਾ ਹੋਵੇ, ਤੇ ਉਹ ਫਿਰ ਇਨਸਾਨ ਜਿਹੜਾ ਹੈ ਉਹ ਕਦੀ ਵੀ ਕੀ ਆਂਦੇ ਨੇ ਉਹਨੂੰ ਜਿਹੜੀ ਹੈ ਨਾ ਉਹ ਹਦਾਇਤ ਨਹੀਂ ਆ ਸਕਦੀ। ਇਹ ਉਹਨਾਂ ਗੱਲ ਕੀਤੀ ਹੈ ਤੇ ਹੁਣ ਉਹ ਦੇਖਦੇ ਨੇ ਪਏ ਕਿ ਕਿੰਨੇ ਪਾਣੀ ਵਿੱਚ ਨੇ, ਕਿਆ ਇਹ ਵਾਕਈ ਉਹਨੂੰ ਦਿਲ ਨਾਲ ਪੜ੍ਹਦੇ ਨੇ ਪਏ ਜਾਂ ਉਤੋਂ ਇੱਕ ਲਾ ਕੇ ਤੇ ਸੌਂ ਗਏ ਨੇ ਔਰ ਉਹ ਕੈਸਟ ਚੱਲੀ ਹੈ।
ਤੇ ਤਸਲੀਮ ਭਾਈ ਤੁਸੀਂ ਆਪਣੀ ਜ਼ਿਕਰ ਕਰ ਦਿਓ ਗੱਲ। देखो मौलवी साहब ने बड़ी अच्छी सब नूं अस्सलाम वालेकुम। मौलवी साहब ने बड़ी अच्छी गल की है। देखो हजरत मसीह मऊद अलैहिस्सलाम ने फरमाया हर तरफ दावत देना आज हमारा काम है, जिसकी फितरत है नेक आएगा वो अंजाम कर। सवाल है पैदा होंदा है कि जो जिहड़ी इस्लामी सूल की फिलासफी है, हुण अथवाल साहब नूं नहीं समझ लगी गल दी, मौलवी साहब नूं लग गई। ਉਹ ਕਿਤਾਬ ਦੇ ਵਿੱਚ ਹੀ ਲਿਖਿਆ ਹੈ ਕਿ ਜਿਹੜਾ ਨੂੰ ਤਾਂ ਨਹੀਂ ਲੱਗੀ ਕਿ ਤੁਸੀਂ ਖੰਜ਼ੀਰ ਨੂੰ ਦਾਵਤ ਦਿੱਤੀ ਹੈ ਨਾ, ਤੇ ਬਨੀ ਇਸਰਾਇਲ ਕੋ ਪੜਵਾ ਪੜੀ ਬਨੀ ਇਸਰਾਇਲ ਨੂੰ ਦੇ ਦਾਵਤ ਤੁਸੀਂ ਖੰਜ਼ੀਰ ਨੂੰ ਦੇਣ ਦੇ, ਤੁਸੀਂ ਆਪ ਨਹੀਂ ਪੜ ਸਕਦੇ, ਤੁਸੀਂ ਆਪ ਪੜ ਲੈਂਦੇ। ਉਹ ਠਵਾਲ ਸਾਹਿਬ ਆਪਣੀ ਵਾਰੀ ਤੇ ਗੱਲ ਕਰ ਲੈਣਾ, ਉਹਨਾਂ ਨੂੰ ਗੱਲ ਤੇ ਕੰਪਲੀਟ ਕਰ ਲੈਂਦੇ ਹੋ। ਤੇ ਗੱਲ ਜਰਾ ਮੁਕੰਮਲ ਕਰ ਲੈਂਦੇ ਹੋ। 1 ਮਿੰਟ ਹੀ ਕਰਾਂਗਾ ਮੈਂ ਇੱਥੇ ਲੰਮੀ ਨਹੀਂ ਗੱਲ ਕਰਾਂਗਾ। ਕੈਰੀ ਆਨ ਪੂਰਾ ਟਾਈਮ ਲੋ ਤਸਲੀਮ ਜਿਹੜੀ ਸਾਹਿਬ, ਹਕਮਤ ਦੀ ਗੱਲ ਹੁੰਦੀ ਹੈ ਨਾ, ਸ਼ੇਅਰ ਮੋਮਨ ਤੇ ਦੀ ਗੱਲ ਮਰਾਜ ਕਰਨੀ ਜੇ, ਸ਼ੇਅਰ ਵੀ ਸੁਣਾਉਣਾ ਹੈ ਸਾਨੂੰ, ਸਾਡੀ ਦੀ ਖੁਆਇਸ਼। ਜਿਹੜੀ ਗੱਲ ਹੈ ਨਾ ਮੋਮਨ ਦੀ ਮਰਾਜ ਹੈ, ਯਾਨੀ ਕਿ ਇਹ ਦੇਖੋ ਹੁਣ ਮੌਲਵੀ ਸਾਹਿਬ ਨੇ ਇੱਕ ਹਕਮਤ ਦੀ ਗੱਲ ਉਹਨਾਂ ਨੇ ਬਿਆਨ ਕੀਤੀ ਹੈ। ਜੇ ਦੇਖੋ ਇਹੀ ਤਾਂ ਫਰਕ ਹੁੰਦਾ ਹੈ। ਇੱਕ ਉਹ ਥੱਲੇ ਤਾਹਿਰ ਹਮਜ਼ਾ ਸਾਹਿਬ ਕਹਿ ਰਹੇ ਨੇ ਕਿ ਸ਼ੇਰ ਗਲਤ ਪੜਿਆ ਗਿਆ, ਇਹਨੂੰ ਮੈਂ ਠੀਕ ਵੀ ਕਰੋ। ਪੜ ਲਿਆ ਤਾਹਿਰ ਹਮਜ਼ਾ ਦਾ ਮੈਸੇਜ, ਕਿਉਂ ਤੁਸੀਂ ਉਹਨੂੰ ਯਾਰ ਮੈਂ ਗਲਤ ਪੜਿਆ ਜੀ, ਮੈਂ ਮਾਫ ਉਹ ਤਸਲੀਮ ਸਾਹਿਬ ਦਾ ਆਪਣਾ ਸ਼ੇਰ ਹੋ ਗਿਆ ਜੇ ਗਲਤ ਉਹਨਾਂ ਦੇ ਨਾਮ ਕਰਦਾ ਮੇਰਾ ਹੋ ਗਿਆ। ਗੱਲ ਇਹ ਨਹੀਂ ਕੋਈ ਹੈ ਕਿ ਉਹ ਕਿਤਾਬ ਦਾ ਉਹ ਚੈਲੰਜ ਮੇਰਾ ਨਹੀਂਗਾ, ਉਹ ਕਿਤਾਬ ਦਾ ਚੈਲੰਜ ਹੈ। ਕਿਤਾਬ ਦੇ ਵਿੱਚ ਲਿਖਿਆ ਕਿ ਇਹਨੂੰ ਸੱਚੀ ਨੀਅਤ ਨਾਲ ਜਿਹੜਾ ਪੜ੍ਹੇਗਾ ਉਹਦੇ ਮਨ 'ਚ ਖਾਤਰ ਖੁਆਹ ਤਬਦੀਲੀ ਵਾਕਿਆ ਹੋਏਗੀ, ਔਰ ਹੁੰਦੀ ਹੈ। ਹੁਣ ਇਹ ਤੇ ਮੁਤਕੀਆਂ ਦਾ ਸ਼ੇਵਾ ਹੈ ਨਾ। ਹੁਣ ਇੱਕ ਬੰਦਾ ਜਿਹਨੇ ਕਸਮ ਖਾਧੀ ਹੈ, ਉਹਨੇ ਮੰਨਣਾ ਹੀ ਨਹੀਂ, ਉਹਨੂੰ ਅਸੀਂ ਨਹੀਂ ਅਹਿਮਦੀ ਕਰਨਾ, ਸਾਡਾ ਕੰਮ ਹੈ ਸਿਰਫ ਦੱਸਣਾ। ਹੁਣ ਅਗਰ ਅਥਵਾਲ ਸਾਹਿਬ ਦੇ ਜਵਾਬ ਦੇ ਵਿੱਚ ਇਹ ਕਿਤਾਬ ਸਿਰਫ ਅਹਿਮਦੀਆਂ ਨੇ ਪੜ੍ਹਨੀ ਹੈ, ਇਹ ਕਿਤਾਬ ਸਾਰਿਆਂ ਨੇ ਪੜ੍ਹਨੀਆਂ ਨੇ ਹਜ਼ਰਤ ਮਸੀਹ ਮੌਊਦ ਦੀਆਂ, ਤਾਂ ਹੀ ਉਹਦੇ ਤੇ ਅਸੀਂ ਲਾਈਆਂ ਨੇ, ਇੰਟਰਨੈਟ ਤੇ ਪਾਈਆਂ ਨੇ। ਔਰ ਅਸੀਂ ਉਹਨਾਂ ਨੂੰ ਇਹ ਸ਼ਹਿ ਦਿੰਦੇ ਹਾਂ ਕਿ ਇਹਦੇ ਤੋਂ ਹੀ ਆ ਕੇ ਇਤਰਾਜ਼ਾਤ ਕੱਢਦੇ ਨੇ, ਤੇ ਕੱਢਣ ਦਿਓ। ਇਹ ਸਾਡੀ ਜਮਾਤ ਦਾ ਹੀ ਤਰੀਕਾਕਾਰ ਹੈ, ਸਾਡਾ ਮੇਰਾ ਨਹੀਂ ਖਾਲੀ। ਤੁਸੀਂ ਕਹਤਾ ਜੀ ਕਿ ਮੈਂ ਚੈਲੰਜ ਦੇ ਰਿਹਾ ਵਾਂ, ਮੈਂ ਕੋਈ ਚੈਲੰਜ ਨਹੀਂ ਦੇ ਰਿਹਾ, ਜਮਾਤ ਦਾ ਚੈਲੰਜ ਹੈ ਕਿ ਜਿਹੜਾ ਵੀ ਜਮਾਤ ਦਾ ਜਿਹੜਾ ਲਿਟਰੇਚਰ ਹੈ ਇਹ ਸਾਰਿਆਂ ਲਈ ਹੈ, ਪੂਰੀ ਦੁਨੀਆ ਲਈ ਹੈ। ਇਸੇ ਤਰ੍ਹਾਂ ਕੁਰਾਨ ਮਜੀਦ ਜਿਹੜੀ ਕਿਤਾਬ ਹੈ ਇਹ ਸਾਰੀ ਦੁਨੀਆ ਲਈ ਹੈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਆਏ ਨੇ, ਸਾਰੀ ਦੁਨੀਆ ਲਈ ਆਏ ਨੇ। ਇਹਦੇ 'ਚ ਇਹ ਨਹੀਂ ਹੈਗਾ ਕਿ ਤਸਲੀਮ ਅਹਿਮਦ ਨੇ ਕੋਈ ਆ ਕੇ ਨਵਾਂ ਦਾਵਾ ਕਰਤਾ। ਮੇਰਾ ਮਕਸਦ ਇਹ ਵੇ ਕਿ ਚਲੋ ਕਿਸੇ ਨੂੰ ਜਿਹਨੂੰ ਨਹੀਂ ਵੀ ਪਤਾ ਲੱਗਾ ਉਹ ਕੋਈ ਖੋਲੇਗਾ, ਕੁਛ ਉਹਦੇ ਸਮਝ ਤੇ ਲੱਗੇਗੀ ਨਾ। ਅਗਰ ਇੱਕ ਲਾਈਨ ਵੀ ਕਿਸੇ ਦੀ ਸਮਝ ਲੱਗ ਜੇ ਹੈ ਜੀ, ਅਗਰ ਕਿਸੇ ਨੂੰ ਇੱਕ ਲਫ਼ਜ਼ ਵੀ ਸਮਝ ਲੱਗ ਜੇ, ਇਹ ਵੀ ਤੁਸੀਂ ਇੱਕ ਕਿਸਮ ਦਾ ਬੜਾ ਵੱਡਾ ਕੰਮ ਕਰਤਾ। ਬਸ ਇੰਨੀ ਕੁ ਮੇਰੀ ਗੱਲ ਹੈ। ਹੁਣ ਜਿੰਨੇ ਬੜੀ ਸੋਹਣੀ ਤਸਲੀਮ ਸਾਹਿਬ ਗੱਲ ਕਰ ਛੜੀ। ਅਠਵਾ ਸਾਹਿਬ ਦੱਸੋ ਉਹਨਾਂ ਦਾ ਸਵਾਲ ਮਨਸੂਰ ਸਾਹਿਬ ਇੱਕ ਮਿੰਟ, ਗਜਨੀ ਸਾਹਿਬ ਇੱਕ ਮਿੰਟ, ਉਠਾਇਆ ਵਾ ਕਿ ਜਮਾਤ ਨੇ ਮਨਸੂਰ ਸਾਹਿਬ ਇੱਕ ਮਿੰਟ, ਪਾਈਆਂ ਨੇ। ਮਨਸੂਰ ਸਾਹਿਬ ਗੱਲ ਸੁਣੋ ਨਾ। ਮੰਨੂ ਸਾਡੇ ਅਮੀਰ ਸਾਹਿਬ ਨੇ ਕਿਹਾ ਕਿ ਹਜ਼ਰਤ ਮਸੀਹ ਮੌਦ ਨੇ ਵੀ ਐਡੀ ਤਬਲੀਗ ਨਹੀਂ ਕੀਤੀ ਇਹਨਾਂ ਲੋਕਾਂ ਨੂੰ, ਤੇ ਤੁਸੀਂ ਕਿਉਂ ਐਡੀ ਤਬਲੀਗ ਕਰਦੇ ਜੇ? ਤੁਹਾਨੂੰ ਹੱਕ ਨਹੀਂ ਕਿ ਤੁਸੀਂ ਜ਼ਿਆਦਾ ਤਬਲੀਗ ਕਰੋ ਜਾ ਕੇ। ਸਾਨੂੰ ਨਹੀਂ ਇਲਮ ਤੇ ਅਸੀਂ ਨਹੀਂ ਕਰਦੇ। ਹੋ ਸਕਦਾ ਉਹਨਾਂ ਨੇ ਇਸੇ ਵਜ੍ਹਾ ਨੇ ਕਿਹਾ ਹੋਏ ਵੀ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਨਾ ਜਾ ਕੇ ਤਬਲੀਗ ਕਰੋ। ਤੇ ਜੋ ਤਸਲੀਮ ਸਾਹਿਬ ਨੂੰ ਖੁਦ ਉਹ ਪੜ੍ਹਨੀ ਨਹੀਂ ਆਉਂਦੀ ਕਿਤਾਬ, ਤੇ ਲੋਕਾਂ ਕੋਲੋਂ ਜਾ ਕੇ ਜਿਹੜੇ ਨੇ ਗਲਾਜ਼ਤ ਪੱਕਦੇ ਉਹਨਾਂ ਕੋਲ ਜਾ ਕੇ ਪੜਵਾਉਣ ਡੇ ਨੇ। ਤੁਹਾਨੂੰ ਪਤਾ ਜੋ ਹੈ ਇਹਨਾਂ ਨੇ ਨਹੀਂ ਮੰਨਣਾ, ਉਹਨਾਂ ਨਾਲ ਤੁਸੀਂ ਕਿਉਂ ਮੁਨਾਜ਼ਰੇ ਕਰਦੇ ਹੋ? ਨਹੀਂ ਤਸਲੀਮ ਭਾਈ ਨੇ ਆਹੋ, ਤੇ ਇਹ ਤੇ ਗੱਲ ਹਜ਼ਰਤ ਮਸੀਹ ਮੌਦ ਦੀ ਸੀ ਨਾ ਕਿ ਉਹ ਵੀ ਨਹੀਂ ਸਨ ਇਹੋ ਜਿਹੇ ਲੋਕਾਂ ਨਾਲ ਮੁਨਾਜ਼ਰੇ ਕਰ। ਤੁਸੀਂ ਅਠਵਾਲ ਸਾਹਿਬ ਲੰਡਨ ਵਾਲੇ ਮੁਨਾਜ਼ਰੇ ਸੁਣੇ ਨੇ? ਜਦੋਂ ਜਾ ਕੇ ਟਿਕਟੋਕ ਤੇ ਮੁਨਾਜ਼ਰ ਇਹ ਪਹਿਲੋਂ ਜਾ ਕੇ ਖੰਦੀਰ ਨਾਲ ਬਹਿੰਦੇ ਨੇ, ਫਿਰ ਉਹਦੇ ਨਾਲ ਮੁਨਾਜ਼ਰੇ ਕਰਦੇ। ਮੈਂ ਕਿਹਾ ਲੰਡਨ ਵਾਲੇ ਮੁਨਾਜ਼ਰੇ ਸੁਣੇ ਤੁਸੀਂ? ਆਹੋ ਜੀ, ਅਸੀਂ ਸਾਰੇ ਸੁਣੇ ਨੇ। ਸਾਡੇ ਤੇ ਵਾਲਦ ਸਾਹਿਬ ਨੇ ਬੜੇ ਬੜੇ ਲੋਕਾਂ ਨੂੰ ਮੁਨਾਜ਼ਰੇ ਕੀਤੇ ਨੇ, ਸਾਡੇ ਤੇ ਘਰ ਚੋਂ ਮੁਨਾਜ਼ਰੇ। ਉਹ ਨਹੀਂ, ਮੈਂ ਵਾਲਾ ਸਾਹਿਬ ਦਾ ਨਹੀਂ ਮੈਂ ਪੁੱਛ ਰਿਹਾ ਜਮਾਤ ਨੇ 2 ਮੁਨਾਜ਼ਰੇ ਲੰਡਨ 'ਚ ਜਿਹੜੇ ਕੀਤੇ ਨੇ ਗੈਰਾਂਦੀਆਂ ਦੇ ਨਾਲ, ਉਹ ਤੁਸੀਂ ਸੁਣੇ ਨੇ? ਸੁਣੇ ਨੇ ਜੀ। ਉਹਦਾ ਕੀ ਮਕਸਦ ਸੀਗਾ? ਮੈਂ ਟਿਕਟੋਕ ਦੇ ਮੁਨਾਜ਼ਰਿਆਂ ਦਾ ਨਹੀਂ ਕਹਿਣ ਡਿਆ ਮਨਸੂਰ ਸਾਹਿਬ, ਮਨਵਾਣਾ। ਮੈਂ ਵੀ ਅੱਲਾਹ ਦੇ ਮੁਨਾਜ਼ਰਿਆਂ ਦਾ ਕਹਿਣ ਡਿਆ। ਟਿਕਟੋਕ ਤੇ ਆਏ ਦਿਨ ਮੁਨਾਜ਼ਰੇ ਹੁੰਦੇ ਨੇ। ਤਸਲੀਮ ਉਮਰ ਸਾਹਿਬ ਨੇ ਬੜਾ ਕੰਮ ਕੀਤਾ ਹੈ ਔਰ 100-150 ਬੰਦੇ ਨੂੰ ਹਜ਼ਰਤ ਮਸੀਹ ਮਊਦ अलैहिस्सलाम ਦੀ ਕਿਤਾਬ ਜਿਹੜੀ ਹੈ ਇਸਲਾਮੀ ਅਸੂਲ ਕੀ ਫਿਲਾਸਫੀ ਉਹ ਸੁਣਵਾਈ ਗਈ ਹੈ ਔਰ ਲੋਕਾਂ ਨੇ ਬੜੇ ਇਨਾਮਾਤ ਨਾਲ ਸੁਣੀ। ਔਰ ਅਸੀਂ ਤਵੱਕੋ ਕਰਨੇ ਆ ਕਿ ਉਹਨਾਂ 'ਚ ਇੱਕ ਅੱਧਾ ਬੰਦਾ ਜ਼ਰੂਰ ਨੇਕ ਦਿਲ ਹੋਵੇਗਾ, ਜਿਹਦੇ ਦਿਲ ਉਤੇ ਜਿਹਨੇ ਨੇਕ ਨੀਤੀ ਨਾਲ ਸੁਣੀ ਹੋਵੇਗੀ, ਤਕਵਾ ਹੋਵੇਗਾ ਔਰ ਉਹਦੇ ਉੱਤੇ ਅਸਰ ਹੋਵੇਗਾ ਉਸ ਕਿਤਾਬ ਦੇ ਪੜ੍ਹਨੇ ਦਾ।
ਦੇਖੋ ਔਰ ਕੁਰਾਨ ਮੌਲਵੀ ਸਾਹਿਬ ਇਹ ਕਹਿੰਦਾ ਕਿ ਹੁਦਲ ਮੁਤਕੀਨ ਮੁਤਕੀਆਂ ਲਈ ਕਹਿੰਦਾ ਹੈ। ਐਗਜ਼ੈਕਟਲੀ ਔਰ ਅਸੀਂ ਮੌਲਵੀ ਸਾਹਿਬ ਗੱਲ ਤੇ ਤੁਹਾਡੀ ਠੀਕ ਹੈ, ਇਹ ਤਸਲੀਮ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ, ਲੇਕਿਨ ਇੱਕ ਚੀਜ਼ ਦੀ ਸਮਝ ਨਹੀਂ ਆਈ ਜਿਹੜੀ ਰੂਹਾਨੀ ਫਜ਼ਾਨ ਸਾਹਿਬ ਨੁਕਤਾ ਉਠਾ ਰਹੇ ਨੇ। ਇਹਨਾਂ ਨੇ ਕਿਹਾ ਕਿ ਮੈਂ ਅਹਿਮਦੀਆ ਛੋੜ ਦਿਆਂਗਾ, ਉਹ ਕੀ ਗੱਲ ਸੀਗੀ ਉਹਦੇ ਤੇ? ਇਹ ਮੈਨੂੰ ਸਮਝ ਨਹੀਂ ਆਈ। ਇਹ ਜਜ਼ਬਾਤ ਦੇ ਵਿੱਚ ਕਹਿ ਗਏ ਨੇ, ਇਹ ਜਜ਼ਬਾਤ ਚ ਕਹਿ ਗਏ ਨੇ? ਨਹੀਂ ਯਾਰ ਨਹੀਂ, ਉਹ ਖੁਦਾ ਦੇ ਬੰਦੇ, ਉਹਨਾਂ ਆਖਿਆ ਕਿ ਇਹ ਤੇ ਚੈਲੰਜ ਹੈ ਹਜ਼ਰਤ ਮਸੀਹ ਮਊਦ अलैहिस्सलाम ਦਾ ਵੀ, ਕੁਰਾਨ ਮਜੀਦ ਦਾ ਵੀ ਇਹੀ ਹੈ ਕਿ ਮੁਤਕੀ ਜਿਹੜਾ ਹੈ ਅੱਲਾਹ ਤਾਲਾ ਉਹਨੂੰ ਹਦਾਇਤ ਦਿੰਦਾ ਹੈ, ਔਰ ਉਹ ਜਿਹੜਾ ਵੀ ਬੰਦਾ ਨੇਕ ਨੀਤੀ ਨਾਲ ਉਹਨੂੰ ਪੜ੍ਹੇਗਾ ਉਹਦੇ ਉੱਤੇ ਅਸਰ ਜ਼ਰੂਰ ਕਰੇਗੀ ਉਹ ਕਿਤਾਬ। ਉਹਦੇ ਉੱਤੇ ਜਿਹੜਾ ਮਜ਼ਮੂਨ ਹੈ ਉਹ ਚੂੰਕਿ ਬਾਲਾ ਰਿਹਾ ਹੋਵੇ, ਔਰ ਸਭ ਅਧਿਆਨ ਉੱਤੇ ਬਾਕੀ ਵੀ ਦੀਨ ਜਿਹੜੇ ਉਹਨਾਂ ਆਪਣੇ ਮਜ਼ਾਹਿਬ ਦੀ ਕਿਤਾਬਾਂ ਨਾਲ ਸਾਹਮਣੇ ਰੱਖ ਕੇ ਉਸ ਮਜ਼ਮੂਨ ਨੂੰ ਬਿਆਨ ਕੀਤਾ ਹੈ, ਉਹਦੇ ਸਵਾਲਾਤ ਦੇ ਜਵਾਬਾਤ ਦਿੱਤੇ ਗਏ ਨੇ, ਤੇ ਉਹ ਜ਼ਰੂਰ ਅਸਰ ਕਰੇਗਾ ਜਿਹੜਾ ਵੀ ਨੇਕ ਨੀਤੀ ਨਾਲ ਪੜ੍ਹੇਗਾ। ਤੇ ਜਿਹੜਾ ਮੁਤਕੀ ਨਹੀਂ ਉਹਨੂੰ ਤੇ ਹਦਾਇਤ ਨਹੀਂ ਨਾ ਹੋਣੀ, ਉਹਦਾ ਤੇ ਕੋਈ ਇਲਾਜ ਹੀ ਨਹੀਂ। ਤੇ ਤਸਲੀਮ ਸਾਹਿਬ ਇਹ ਤੇ ਚੈਲੰਜ ਕੀਤਾ ਹੈ ਕਿ ਜਿਹੜਾ ਵੀ ਨੇਕ ਮੌਲਵੀ ਸਾਹਿਬ ਗੱਲ ਹੈ ਵੇ ਕਿ ਅਸੀਂ ਜਿੱਥੇ ਵੀ ਜਾਂਦੇ ਆ, ਤੁਸਾਂ ਵੀ ਚਾਹੇ ਤੁਸਾਂ ਗੱਡੀ 'ਚ ਬੈਠੇ ਹੋਵੋ, ਕਿਤੇ ਜਾ ਰਹੇ ਹੋਵੋ, ਤੁਹਾਡਾ ਕੰਮ ਹੈ ਕਿ ਆਪਣਾ ਇੱਕ ਪੈਗਾਮ ਦੇਣਾ ਜਮਾਤ ਅਹਿਮਦੀਆ ਨੂੰ। ਜਿਹਨੂੰ ਨਹੀਂ ਵੀ ਪਤਾ ਤੁਹਾਡਾ ਕੰਮ ਹੈ ਸਿਰਫ ਦੱਸਣਾ ਉਹਨੂੰ ਕਿ ਮਸੀਹ ਆ ਗਿਆ। ਅਸੀਂ ਕੈਨੇਡਾ 'ਚ ਦੇਖ ਲਓ, ਜਰਮਨੀ 'ਚ ਦੇਖ ਲਓ, ਲੋਕਾਂ ਤਸਵੀਰ ਦਿਖਾ ਰਹੇ ਲੋਕਾਂ ਨੂੰ ਕਿ ਇਹ ਮਸੀਹ ਆ ਗਿਆ, ਠੀਕ ਹੈ। ਸਾਡਾ ਕੰਮ ਇਹ ਨਹੀਂਗਾ ਕਿ ਅਗਲਾ ਕੀ ਸੋਚਦਾ, ਸਾਡਾ ਇਹ ਨਹੀਂ ਕੰਮ ਕਿ ਜੀ ਇਹਨਾਂ ਕੋਲੋਂ ਪੜ੍ਹਾਈ ਹੈ। ਉਹ ਮੇਰੇ ਵੀਰ, ਉਹਨਾਂ ਨੂੰ ਅਗਰ ਉਹ ਪੜ੍ਹਦੇ ਪਏ ਨੇ ਤੇ ਇਹ ਜਮਾਤ ਅਹਿਮਦੀਆ ਦੀ ਹੈ ਨਾ ਕਿਤਾਬ, ਕਿਉਂ ਨਹੀਂ ਪੜ੍ਹ ਸਕਦੇ? ਵੀ ਇਹਦਾ ਮੈਨੂੰ ਪਹਿਲੇ ਅਥਵਾਲ ਸਾਹਿਬ ਆ ਕੇ ਜਵਾਬ ਦੇਣ। ਉਹ ਭਾਈ ਅਸੀਂ ਉਹਨਾਂ ਨੂੰ ਇੱਕ ਤਬਲੀਗ ਲਈ ਕਹਿ ਰਹੇ ਹਾਂ, ਅਸੀਂ ਉਹਨਾਂ ਨੂੰ ਖੁਦਾ ਦਾ ਪੈਗਾਮ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਮਸੀਹ ਮੌਤ ਦਾ ਪੈਗਾਮ ਦੇ ਰਹੇ ਹਾਂ। ਤਸਲੀਮ ਸਾਹਿਬ ਇਤਰਾਜ਼ ਇੱਕ ਇਹ ਵੀ ਆ ਰਿਹਾ ਹੈ ਕਿ ਤੁਸੀਂ ਉਹਨਾਂ ਕੋ ਕਿਉਂ ਪੜਵਾ ਰਹੇ, ਤੁਸੀਂ ਖੁਦ ਕਿਉਂ ਨਹੀਂ ਪੜ੍ਹ ਰਹੇ, ਤੁਸੀਂ ਖੁਦ ਕਿਉਂ ਨਹੀਂ ਲਾ ਰਹੇ? ਉਹੀ ਆਈਡੀਆ ਤੁਸੀਂ ਚੁੱਕਦੇ ਵੈਬਸਾਈਟ ਤੇ ਖੁਦ ਲਾ ਦਿੰਦੇ। ਅੱਛਾ, ਇਹ ਚਲੋ ਇਹ ਤੁਹਾਨੂੰ ਆ ਕੇ ਦੱਸਦੇ ਨੇ, ਟਰੁੱਥ ਸੀਕਰ ਆ ਗਏ ਨੇ, ਇਹ ਜਵਾਬ ਦਿੰਦੇ ਨੇ। ਟਰੁੱਥ ਸੀਕਰ ਭਾਈ ਜਰਾ ਦੱਸੋ ਇਹਨਾਂ ਨੂੰ ਜਰਾ ਪਲੀਜ਼ ਯਾਰ। ਤਸਲੀਮ ਸਾਹਿਬ ਟਰੁੱਥ ਸੀਕਰ ਨੂੰ ਤੇ ਪੜ੍ਹਨ ਨਹੀਂ ਦਿੱਤੀ ਉੱਥੇ ਨੇ। ਇੱਕ ਮਿੰਟ ਟਰੁੱਥ ਸੀਕਰ ਨੂੰ ਤੇ ਪੜ੍ਹਨ ਦਿੱਤੀ ਨਹੀਂ। ਮੈਂ ਤੁਹਾਨੂੰ ਦੱਸਦਾ, ਅਗਰ ਕੋਈ ਮੁਖਾਲਫ ਕਿਤਾਬ ਪੜ੍ਹ ਰਿਹਾ ਹੋਵੇ ਨਾ, ਤੇ ਜੋ ਕੁਝ ਪੜ੍ਹ ਰਿਹਾ ਹੁੰਦਾ ਉਹ ਉਹਦੇ ਲਾ ਸ਼ਊਰ 'ਚ ਜਾ ਰਿਹਾ ਹੁੰਦਾ। ਅਗਰ ਕੋਈ ਹੋਰ ਪੜ੍ਹ ਰਿਹਾ ਹੋਵੇ ਨਾ, ਜਿਹੜਾ ਸੁਣ ਰਿਹਾ ਹੋਵੇ ਉਹਦੀ ਤਵੱਜਾ ਖਾਸ ਨਹੀਂ ਹੁੰਦੀ, ਕਿਉਂਕਿ ਉਹਦਾ ਉਹ ਕਲਾਮ ਨਹੀਂ ਹੁੰਦਾ, ਉਹਦਾ ਉਹ ਮਜ਼ਮੂਨ ਨਹੀਂ ਹੁੰਦਾ। ਜਿਹੜਾ ਪੜ੍ਹ ਰਿਹਾ ਨਾ ਮੁਖਾਲਫ, ਉਹ ਬੇਸ਼ੱਕ ਦੀ ਉਸ ਵੇਲੇ ਅੰਡਰਸਟੈਂਡ ਨਾ ਕਰੇ, ਲੇਕਿਨ ਉਹਦੇ ਲਾ ਸ਼ਊਰ 'ਚ ਉਹ ਚੀਜ਼ ਜਾ ਰਹੀ ਹੁੰਦੀ, ਉਹ ਅਲਫਾਜ਼ ਜਾ ਰਹੇ ਹੁੰਦੇ ਨੇ ਜਿਹੜੇ ਉਹ ਅਦਾ ਕਰ ਰਿਹਾ ਹੁੰਦਾ। ਇੱਕ ਮੇਰੀ ਗੱਲ ਯਾਦ ਰੱਖਣਾ, ਖੁਦ ਪੜ੍ਹਨ 'ਚ ਔਰ ਸੁਣਨ 'ਚ ਬਹੁਤ ਫਰਕ ਹੈ। ਇਹ ਨਫਸੀਆਤ ਹੈ। ਚਲੋ ਕਰੋ ਗੱਲ ਹੁਣ ਸਭ। ਤੁਸੀਂ ਹੁਣੇ ਦੱਸਿਆ ਹੈ ਕਿ ਇਹਨਾਂ ਨੂੰ ਗੱਲ ਨਹੀਂ ਕਰਨ ਦੀ। ਤੁਸੀਂ ਵੀ ਸੈਣੀ ਸਾਹਿਬ ਦੀ ਬਰਾਡ ਤੇ ਮੌਜੂਦ ਸੋ। ਕੌਣ? ਮੈਂ ਨਹੀਂ, ਅਕਬਾਲ ਸਾਹਿਬ ਕੋ ਪੁੱਛ ਰਿਹਾ, ਕਿਉਂਕਿ ਮੈਂ ਤੇ ਨਹੀਂ ਸੁਣ ਸਕਿਆ, ਮੈਂ ਤੇ ਕਰੇਮਲ ਕਰਕੇ ਆਇਆ ਹੀ, ਥੱਕਿਆ ਸੀਗਾ। ਅਕਬਾਲ ਸਾਹਿਬ ਤੁਸੀਂ ਮੌਜੂਦ ਸੀ? ਉਹ ਮਨਜ਼ੂਰ ਮੈਂ ਥੋੜੀ ਬਹੁਤੀ ਡਿਸਕਸ਼ਨ ਸੁਣੀ ਹੈ, ਸਾਰੀ ਨਹੀਂ ਸੁਣੀ ਨਾ, ਮੈਂ ਥੋੜਾ ਬਹੁਤਾ ਸੁਣਿਆ। ਅੱਛਾ, ਮਤਲਬ ਕਹਿੰਦੇ ਤੁਸੀਂ ਮੌਜੂਦ ਸੀ। ਅੱਛਾ ਠੀਕ ਹੈ, ਕਰੋਗੇ ਗੱਲ। ਹਾਂਜੀ ਹਾਂਜੀ, ਅਸਲਾਮ ਵਾਲੇਕੁਮ ਕਰਨਾ ਜੀ, ਅਸਲਾਮ ਵਾਲੇਕੁਮ। ਹੁਸੈਨੀ ਸਾਹਿਬ ਚੋਂ ਕੀ ਕਰਨਾ ਜੀ ਹੁਣ? ਕੁਛ ਵੀ ਨਹੀਂ, ਸੂਪ ਬਣਾਉਣ ਡਏ ਆ। ਸੂਪ ਬਣਾ ਲਓ, ਰਹਿਣ ਦੋ ਉਹਨੂੰ। ਅੱਛਾ ਛੱਡੋ। ਮੇਰਾ ਸੂਪ ਸੁਣਾ ਰਾਨੀ ਫਜ਼ਾਇਨ ਭਾਈ, ਅਸਲਾਮ ਵਾਲੇਕੁਮ ਜੀ ਬੈਠੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਨਾ ਮੈਂ ਆ ਕੇ ਤੁਹਾਡੀ ਕਲਾਸ ਲੈਣੀ ਹੈ 10 ਮਿੰਟ ਬਾਅਦ, 15 ਮਿੰਟ ਬਾਅਦ। ਹੁਣ ਨਾ ਕਰਿਓ ਚੰਪਕ ਤੂੰ ਭਾਈ, ਬੜਾ ਪਿਆਰਾ ਭਾਈ ਜੇ ਨਾ ਕਰਿਓ। इस्लाम लो आके मेरे मैं प्यार से बात करनी है, मेरा भी बड़े भाई है, प्यार मोहब्बत से बात करते हैं भाई। पहला अस्सलाम वालेकुम आपको सब नु। मैं आख्या अस्सलाम वालेकुम। वालेकुम सलाम। जब पानी दा गिलास पी के आए ठंडे मैनू पानी नहीं दा पहुंचिया दोबारा को मैं लेके पहले उन्होंने पूछो ना कि ठंडे पानी दा गिलास पी के आए ना। अस्सलाम वालेकुम या अहलल ब्राड। ठीक है हां या अहलल बराद, अहलन व सलाम या अहलल फसाद। अच्छा इथे शंपकशू भाई वालेकुम बिल्कुल सलाम रहमतुल्लाहि व बरकातुहू। मेरे पास यार हुसैनी चल रहा है, ऐसा है मौलवी साहब। नहीं शंपकशू भाई बिल्कुल हुसैनी साहब ਦਾ ਜ਼ਿਕਰ ਨਹੀਂ ਹੋਇਆ। ਲਾਸਟ ਸੈਕਿੰਡ ਤੇ ਹੋਇਆ। ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਇੱਕ ਹਜ਼ਰਤ ਮਸੀਹ ਮਊਦ अलैहिस्सलाम ਦੀ ਕਿਤਾਬ ਹੈ ਇਸਲਾਮੀ ਅਸੂਲ ਕੀ ਫਿਲਾਸਫੀ, ਉਹਦੇ ਵਿੱਚ ਇਹ ਚੈਲੰਜ ਮੌਜੂਦ ਹੈ ਕਿ ਕੋਈ ਵੀ ਬੰਦਾ ਉਹਨੂੰ ਨੇਕ ਦਿਲ ਇਨਸਾਨ ਪੜ੍ਹੇਗਾ 3 ਦਫਾ ਤੇ ਉਹਦੇ ਉੱਤੇ ਜ਼ਰੂਰ ਉਹਦੀ ਈਮਾਨੀ ਜਿਹੜੀ ਤਾਕਤ ਹੈ ਨਾ ਉਹ ਬੁਲੰਦ ਹੋਵੇਗੀ, ਉਹਦੇ ਤੇ ਜ਼ਰੂਰ ਉਹ ਕਿਤਾਬ ਅਸਰ ਕਰੇਗੀ। ਉਹ ਮਜ਼ਮੂਨ ਇਸ ਕਦਰ ਪਾਵਰਫੁਲ ਹੈ।
ਤੇ ਇਸ ਗੱਲ ਦਾ ਤਜਰਬਾ ਕੀਤਾ ਜਾ ਰਿਹਾ ਹੈ ਕਿ ਕਿਹੜਾ ਬੰਦਾ ਜਿਹਦੇ ਉੱਤੇ ਦਿਲ ਉੱਤੇ ਅਸਰ ਹੋ ਰਿਹਾ ਉਹ ਯਕੀਨਨ ਤੱਕ ਮੁਤਕੀ ਹੋਵੇਗਾ ਔਰ ਨੇਕ ਦਿਲ ਹੋਵੇਗਾ, ਔਰ ਜਿਹਦੇ ਉੱਤੇ ਨਹੀਂ ਅਸਰ ਹੋਵੇਗਾ ਉਹ ਯਕੀਨਨ ਨੇਕ ਦਿਲ ਨਹੀਂ, ਉਹ ਜਾਂ ਨੇਕ ਦਿਲੀ ਨਾਲ ਨਹੀਂ ਪੜ੍ਹ ਰਿਹਾ, ਤਕਵਾ ਨਹੀਂ, ਉਹ ਅਬੂ ਜੇਲ ਦੇ ਤਰੀਕੇ ਨਾਲ ਹੀ ਜਿਸ ਤਰ੍ਹਾਂ ਉਹਨੇ ਕੁਰਾਨ ਮਜੀਦ ਨੂੰ ਸੁਣਿਆ ਜਾਂ ਉਹ ਸਮਝਿਆ, ਇਸੇ ਤਰ੍ਹਾਂ ਦਾ ਇਹ ਜਿਹੜਾ ਨਾ ਉਹਦੇ ਉੱਤੇ ਫਤਵਾ ਜਾਏਗਾ। ਇਸ ਗੱਲ ਤੇ ਹੋ ਰਹੀ ਹੈ ਇੱਕ ਇਲਮੀ ਗੁਫ਼ਤਗੂ ਹੈ। ਜਦੋਂ ਹੁਣ ਉਹ ਸਾਹਿਬ ਇਸ ਕਿਤਾਬ ਨੂੰ ਪੜ੍ਹ ਕੇ ਤੇ ਇੱਕ ਪਾਦਰੀ ਵੀ ਮੇਰਾ ਖਿਆਲ ਮੁਸਲਮਾਨ ਹੋ ਗਿਆ ਸੀਗਾ ਮੇਰਾ ਖਿਆਲ। ਹਾਂ ਨਹੀਂ ਮਜ਼ਮੂਨ ਹੈ ਹੀ ਬਹੁਤ ਪਾਵਰਫੁਲ ਸੀ। ਤੁਸੀਂ ਉਹਦੇ ਸਵਾਲਾਤ ਪੜ੍ਹੋ ਨਾ ਤੇ ਉਹ ਬੰਦੇ ਦੀ ਦਿਲਚਸਪੀ ਵੱਧ ਜਾਂਦੀ ਹੈ, ਔਰ ਉਸ ਤੋਂ ਬਾਅਦ ਉਹਦੇ ਜਵਾਬਾਤ ਜੋ ਕੁਰਾਨ ਮਜੀਦ ਦੀ ਆਇਤ ਨਾਲ ਉਹਨੂੰ ਜੋੜ ਕੇ ਜਿਸ ਤਰ੍ਹਾਂ ਬਿਆਨ ਕੀਤਾ ਗਿਆ ਹੈ, ਮੈਂ ਨਾ ਕਮਾਲ ਹੈ ਮੌਲਵੀ ਸਾਹਿਬ ਪੜ੍ਹਨੇ ਦੇ ਕਾਬਿਲ। ਮੌਲਵੀ ਸਾਹਿਬ 1 ਮਿੰਟ ਦਿਓ ਮੈਨੂੰ, ਤੁਸੀਂ ਜੇ ਖਤਮ ਕਰ ਲਓ ਤਾਂ ਮੈਂ ਤੁਹਾਨੂੰ ਇਹਦੀ ਗੱਲ ਕਰਨ ਲੱਗਾ। ਮੇਰੀ ਖਤਮ ਹੈ ਜੀ, ਮੇਰੀ ਖਤਮ ਹੈ। ਮਨਸੂਰ ਭਾਈ ਇੱਕ ਸ਼ੇਰੀ ਕਲਾਮ ਵੀ ਸੁਣਾਓ ਨਾ, ਬੜੇ ਦਿਨ ਹੋ ਗਏ ਨੇ ਤੁਹਾਨੂੰ ਸੁਣਿਆ ਨਹੀਂ ਯਾਰ। ਉਹ ਠਹਿਰ ਗੁਲਾਮ ਸਾਹਿਬ ਉਹ ਵੀ ਸੁਣਾਣੇ ਆ, ਰਵਾਨੀ ਬਜ਼ਾਨ ਉਦਾਰਾ ਭਾਈ ਯਾਰ, ਉਹ ਵੀ ਸੁਣਾਣੇ ਆ, ਪਹਿਲੇ ਗੱਲ ਸੁਣ ਲਓ ਪੂਰੀ। ਮੇਰੀ ਗੱਲ ਕਰਾਓ, ਮੇਰਾ ਮੁਨਾਜ਼ਰਾ ਕਰਾਓ ਰੂਹਾਨੀ ਫਜ਼ਾਇਲ ਨਾਲ। ਦੇਖੋ ਉਹਦੇ ਚ ਅਸਲ ਜਿਹੜੀ ਚਪੇੜ ਮੈਨੂੰ ਨੰਬਰ ਦਿਓ ਸਰ, 1 ਮਿੰਟ ਠਹਿਰੋ, ਮੈਨੂੰ ਗੱਲ 1 ਸੈਕਿੰਡ, ਮੈਂ ਬਹੁਤੀ ਲੰਮੀ ਨਹੀਂ ਗੱਲ ਕਰਦਾ, ਮੈਂ ਤੁਹਾਨੂੰ ਸ਼ੇਰ ਵੀ ਸੁਣਾਵਾਂਗੇ ਬਾਅਦ ਚ। ਗੱਲ ਅਸਲ ਚ ਇਹ ਨਹੀਂ, ਮੈਂ ਜਿਹੜੀ ਚਪੇੜ ਮਾਰੀ ਹੈ ਨਾ, ਮੈਂ ਜਾ ਕੇ ਸੈਣੀ ਸਾਹਿਬ ਨੂੰ ਮਾਰੀ ਹੈ ਤੇ ਅਮਨ ਨਜ਼ੀਰ ਸਾਹਿਬ ਨੂੰ ਮਾਰੀ ਹੈ। ਉਹ ਕੀ ਚਪੇੜ ਹੈ ਸੁਣ ਲਓ। ਮੈਂ ਉਹਨਾਂ ਨੂੰ ਇਹ ਕਿਹਾ ਕਿ ਇੱਕ ਮੋਮਨ ਹੁੰਦਾ ਉਹ ਪੜ੍ਹਦਾ ਕੋਈ ਚੀਜ਼, ਤੁਸੀਂ ਸਾਰੀਆਂ ਕਿਤਾਬਾਂ ਪੜ੍ਹ ਛੜੀਆਂ, ਹਸੈਨੀ ਸਾਹਿਬ, ਅਮਨ ਨਜ਼ੀਰ ਸਾਹਿਬ, ਤੁਹਾਡੇ ਤੇ ਇੱਕ ਜ਼ਰਾ ਰੱਤੀ ਬਾਰ ਅਸਰ ਨਹੀਂ, ਤੁਸੀਂ ਹਮੇਸ਼ਾ ਉੱਥੇ ਹੀ ਲੱਗੇ ਹੋ ਜਿੱਥੇ ਤੁਹਾਨੂੰ ਸਮਝ ਨਹੀਂ ਲੱਗਦੀ ਕਿਸੇ ਚੀਜ਼ ਦੀ। ਅੱਲਾਹ ਤਾਲਾ ਦੀ ਕਲਾਮ ਹੈ, ਔਰ ਹਜ਼ਰਤ ਮਸੀਹ ਮੌਦ ਨੇ ਅੱਲਾਹ ਤਾਲਾ ਦੇ ਕੁਰਾਨ ਮਜੀਦ ਨੂੰ ਬਿਆਨ ਕੀਤਾ, ਹੋਰ ਉਹਨਾਂ ਨੇ ਕੋਈ ਚੀਜ਼ ਬਿਆਨ ਹੀ ਨਹੀਂ ਕੀਤੀ ਸਾਰੀ ਉਮਰ। ਤੇ ਤੁਹਾਡੇ ਤੇ ਜੇ ਅਸਰ ਨਹੀਂ ਹੋਇਆ ਤੇ ਤੁਸੀਂ ਇਸਲਾਮੀ ਅਸੂਲ ਦੀ ਫਲਾਸਫੀ ਦੀ ਇੱਕ ਕਿਤਾਬ ਪੜ੍ਹ ਲਓ, ਉਹਦੇ 'ਚ ਇਹ ਦਾਵਾ ਹੈ, ਮੇਰਾ ਦਾਵਾ ਨਹੀਂ ਗਾ, ਹੁਣ ਇਹ ਕਈ ਜਿਹਨਾਂ ਨੂੰ ਨਹੀਂ ਸਮਝ ਲੱਗੀ ਗੱਲ ਦੀ, ਉਹ ਉਸ ਕਿਤਾਬ ਦਾ ਦਾਵਾ ਹੈ ਜਿਹੜਾ ਕਿ ਇੱਕ ਮੈਂ ਮੈਸੇਜ ਦਿੱਤਾ ਉਸ ਕਿਤਾਬ ਦਾ, ਮੈਂ ਉਹ ਮੈਸੇਜ ਦਿੱਤਾ ਜਿਹੜਾ ਹਜ਼ਰਤ ਮਸੀਹ ਮੌਦ ਦਾ ਮੈਸੇਜ ਕੀ ਹੈ ਕਿ ਜਿਹੜਾ ਵੀ ਉਹਨੂੰ ਨੇਕ ਨੀਤੀ ਨਾਲ ਪੜ੍ਹੇਗਾ ਉਹਦੇ ਮਨ 'ਚ ਖਾਤਰ ਖਵਾਹ ਤਬਦੀਲੀ ਵਾਕਿਆ ਹੋਏਗੀ। ਤੇ ਮੈਂ ਉਹਦੇ 'ਚ ਅਗਰ ਜੇ ਮੈਂ ਇੱਕ ਗੱਲ ਕੋਲੋਂ ਮੈਂ ਲਾਤੀ ਹੈ ਤਵੱਜੋ ਦਿਲਾਉਣ ਲਈ, ਮੈਂ ਕਿਹਾ ਵੀ ਇਹਦਾ ਵਾਕਈ ਖਾਤਰ ਖਵਾਹ ਤਾਜ਼ਾ ਹੋਏਗਾ ਹਰ ਬੰਦੇ ਦੇ, ਚਾਹੇ ਅਹਿਮਦੀ ਹੈ ਚਾਹੇ ਗੈਰ ਅਹਿਮਦੀ ਹੈ। ਇਹ ਮੇਰਾ ਚੈਲੰਜ ਨਹੀਂ ਗਾ। ਅੱਛਾ ਜੀ, ਹੋਰ ਆਪਣਾ ਆਏ ਨੇ ਥੱਲੇ ਟਰੂਥ ਸੀਕਰ ਸਾਹਿਬ, ਤੁਸੀਂ ਉੱਥੇ ਮੌਜੂਦ ਸਾਂ, ਤੁਸੀਂ ਕਰ ਦਿਓ ਗੱਲ, ਮੈਂ ਇਜਾਜ਼ਤ ਚਾਹੁੰਦਾ ਤੁਹਾਡੇ ਕੋਲੋਂ। ਤਸਲੀਮ ਸਾਹਿਬ, ਤੁਸੀਂ ਉਸ ਬੰਦੇ ਨੂੰ ਕਹਿੰਦੇ ਤੇਰੇ ਇਮਾਨ ਤੇ ਦਾਵਾ ਹੋਗਾ ਜਿਹਨੂੰ ਕੁਰਾਨ ਪੜ੍ਹ ਕੇ, ਹਦੀਸਾਂ ਪੜ੍ਹ ਕੇ, ਕਿਤਾਬਾਂ ਪੜ੍ਹ ਕੇ ਵੀ ਇਹ ਨਹੀਂ ਪਤਾ ਲੱਗਾ ਰਸੂਲ ਕਰੀਮ ਨੇ ਸ਼ਾਦੀਆਂ ਕਿਸ ਕਾਜ਼ ਲਈ ਕੀਤੀਆਂ ਸੀ ਇੰਨੀਆਂ, ਜਾਂ ਉਹਨਾਂ ਨੂੰ 365 ਦਿਨ ਔਰਤ ਅਵੇਲੇਬਲ ਸੀ ਇਸ ਲਈ ਕੀਤੀਆਂ ਬੈਨ ਕਿਉਂਕਿ ਪੀਣ ਨਹੀਂ ਬਜਾਈ ਜਾਂਦੀ। ਮਜ਼ੇ ਦੀ ਇਹ ਗੱਲ ਹੈ, ਉਹ ਜਿਹੜੇ ਬਨੀ ਇਸਰਾਈਲ ਵਾਲੇ ਨੇ ਉਹ ਕੁਰਾਨ ਮਜੀਦ ਪੜ੍ਹ ਕੇ ਉਹ ਕਿਤਨੇ ਦੂਰ ਹੋ ਗਏ ਨੇ, ਉਹ ਨੌਜ਼ ਬਿਲਾ ਤੋਹੀਨ ਕਰਦੇ ਨੇ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ। ਪਰ ਸ਼ਰਤ ਕੋਈ ਹੈ ਨੇਕ। ਤਸਲੀਮ ਸਾਹਿਬ, ਤੁਸੀਂ ਇਹ ਮੈਨੂੰ ਦੱਸੋ, ਤਾਹਰ ਅਮਜਦ ਸਾਹਿਬ ਜਾਂ ਇਸ ਤਰ੍ਹਾਂ ਦੇ ਕਈ ਅੱਛੇ ਇਲਮ ਰੱਖਣ ਵਾਲੇ ਬੰਦੇ ਉਹਦੇ ਨਾਲ ਗੁਫ਼ਤਗੂ ਨਹੀਂ ਕਰਦੇ, ਬਹੁਤ ਸਾਰੇ ਲੋਕਾਂ ਦੇ ਨਾਲ ਉਹਦੇ ਮੁਨਾਜ਼ਰੇ ਹੋਏ ਨੇ, ਹੁਣ ਉਹ ਗੁਫ਼ਤਗੂ ਨਹੀਂ ਕਰਦੇ, ਤੁਸੀਂ ਕਿਆ ਨਵਾਂ ਦੀਨ ਉਹਨੂੰ ਸਿਖਾਉਣ ਚੱਲੇ ਹੋ? ਉਹ ਸਰ ਮੈਂ ਉਹਨਾਂ ਨੂੰ ਸਿਰਫ ਚਪੇੜ ਮਾਰੀ ਹੈ ਸੈਣੀ ਸਾਹਿਬ ਨੂੰ। ਇਹ ਇੱਕ ਮਿੰਟ ਹਾਂ ਇਹ ਗੱਲ ਮੈਨੂੰ ਕਰਨ ਦਿਓ। ਜਿਹੜਾ ਬੰਦਾ ਆਪਣੇ ਅਕਾਬਰ ਦੀ ਇਜਾਜ਼ਤ ਰੱਖਦਾ ਹੈ, ਉਹਨਾਂ ਦੇ ਅਹਿਲੇ ਖਾਨਾ ਦੀ ਇਜਾਜ਼ਤ ਰੱਖਦਾ ਹੈ, ਔਰ ਉਹ ਜਾ ਕੇ ਫਿਰ ਅਮਨ ਨਜ਼ੀਰ ਦੇ ਨਾਲ ਪੈਸਾ ਕਰਦਾ ਨਾ, ਉਹਨੂੰ ਆਪਣੇ ਇਮਾਨੀ ਹਾਲਤ, ਆਪਣੀ ਦੀਨੀ ਗੈਰਤ ਦਾ ਜਾਇਜ਼ਾ ਲੈਣਾ ਪਏਗਾ, ਔਰ ਉਸ ਗੰਦੇ ਬੰਦੇ ਨੂੰ ਛੱਡਣਾ ਪਏਗਾ ਜਿਹੜਾ ਬੰਦਾ 24/7 ਇਸ ਕੰਮ ਤੇ ਲੱਗਾ ਆ, ਔਰ ਕੱਲਾ ਨਹੀਂ ਲੱਗਾ ਆ, ਉਹ ਸੌਣ ਲੱਗਾ ਤਾਕੀਦ ਕਰਕੇ ਜਾਂਦਾ ਸਾਰੇ ਜਿੰਨੇ ਕਤੂਰੇ ਨੇ ਉਹਦੇ ਕਿ ਤੁਸੀਂ ਇਸ ਕੰਮ ਤੇ ਲੱਗ ਜਾਓ, ਤਸਵੀਰਾਂ ਲਾਓ, ਬਰਾਡਾ ਲਾਓ, ਗਾਲਮ ਗਲੋਚ ਕਰੋ, ਦੁਸ਼ਨਾਮ ਦਰਾਜੀ ਕਰੋ। ਤੁਸੀਂ ਉਸ ਬੰਦੇ ਨੂੰ ਜਾ ਕੇ ਤਬਲੀਗ ਕਰਦੇ ਹੋ, ਇਸਲਾਮੀ ਅਸੂਲ ਦੀ ਫਲਾਸਫੀ ਸਿਖਾਉਂਦੇ ਹੋ, ਤੁਹਾਨੂੰ ਆਪਣੇ ਗਿਰੇ ਬਾਂਝ ਚ ਝਾਕਣਾ ਚਾਹੀਦਾ। ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਭਾਵੇਂ ਸੰਸਦ ਦੀ ਬਰਾਡ ਤੇ ਬੈਠੋ, ਜਦੋਂ ਗਲਾਸ ਦੇ ਉੱਤੇ ਨਾ ਓਨੀ ਦੇਰ ਆਪਣੇ ਆਪ ਨੂੰ ਰੋਕ ਲਓ, ਕਿਉਂਕਿ ਉਸ ਕੁੱਤੇ ਦਾ ਮੂੰਹ ਨਹੀਂ ਲੱਗੀਦਾ ਕਿ ਉਹ ਇਨਸਾਨ ਦਾ ਬੱਚਾ ਹੋਏ ਨਾ ਉਹਦੇ ਨਾਲ ਗੱਲ ਕਰੀਦੀ ਹੈ, ਕੁੱਤਿਆਂ ਦੇ ਅੱਗੇ ਜਾ ਕੇ ਇਸਲਾਮੀ ਅਸੂਲ ਦੀ ਫਲਾਸਫੀ ਪੇਸ਼ ਕਰੀਦੀ। ਉਹ ਇੰਤਹਾਈ ਗਲੀਜ਼ ਆਦਮੀ ਹੈ, ਉਹ ਤੋਂ ਤੁਹਾਨੂੰ ਇਤਰਾਫ ਕਰਨਾ ਚਾਹੀਦਾ। ਉਹ ਤੁਹਾਡੇ ਕਬਰ ਤੇ ਇੰਨੀ ਕੁ ਦੁਸ਼ਨਾਮਦਰਾਜ਼ੀ ਕਰਦਾ, ਸ਼ਾਇਦ
ਰਾਜਪਾਲ ਵੀ ਨਹੀਂ ਸੀ ਕਰਦਾ। ਇਹ ਗੱਲ ਯਾਦ ਰੱਖਣਾ। वेल डन जियो राणा साहब जियो सही बात है बिल्कुल सही बात है ਤੁਹਾਨੂੰ ਆਪਣੇ ਆਪ 'ਚ ਸੋਚਣਾ ਪਏਗਾ ਕਿ ਤੁਸੀਂ ਕਿਹਦੇ ਨਾਲ ਗੱਲ ਕਰਨੀ, ਕਿਹਦੇ ਨਾਲ ਨਹੀਂ ਕਰਨੀ। जी बिल्कुल सही बात है आजाद भाई लेकिन तस्लीम भाई जो है ना तस्लीम भाई ये नहीं थे सारे भाई ये 1 मिनट रुक जाए भाई अब मैं लेकिन तस्लीम साहब ये नहीं थे कर रहे ये मैं आपको बताना चाह रहा हूँ तो उनको राणा साहब को बात कंप्लीट करने दे, तुसी के भाई उनको बात कंप्लीट करने दे, फिर आपको मौका दे। म्यूट करो कि शोर आंडा बड़ा पिछो। मैं एक जनरल गुफ्तगू कर रहा। अगर मेरे बाप ਨੂੰ ਕੋਈ ਗਾਲੀ ਦਿੰਦਾ ਨਾ ਮੈਂ ਉਹਦੇ ਨਾਲ ਕਦੀ ਜ਼ਿੰਦਗੀ 'ਚ ਬੈਠਾਂਗਾ, ਨਾ ਮੈਂ ਉਹਦੀ ਬੈਠਕ 'ਚ ਜਾ ਕੇ ਬੈਠਾਂਗਾ, ਜਾਂ ਨਾ ਮੈਨੂੰ ਆਪਣੀ ਬੈਠਕ 'ਚ ਬਿਠਾਵਾਂਗਾ। ਮੀਰ ਸਲੀਮ ਸਾਹਿਬ, ਆਦਮ ਸੈਫੀ ਸਾਹਿਬ, ਨਾਦਰ ਕੱਲ ਦੂਸਰੇ ਜਿੰਨੇ ਵੀ ਨੇ, ਉਹ ਇਹਨੂੰ ਮੂੰਹ ਲਾਉਂਦੇ ਨੇ, ਨਹੀਂ ਲਾਉਂਦੇ। ਇਹ ਸਿਰਫ ਔਰ ਸਿਰਫ एक गंदा बंदा है। इसको सिवाय इतराज तो, सिवाय बदकलामी तो, सिवाय दुष्नाम दराजी तो कोई शह नहीं हैगी। मेरा इतना बड़ा तलक है, तुझे कोई भी नहीं जानता जिन्ना मैं जानता। मेरा इतना 15 साल तलक है। मेरा तलक क्यों टूटा? मैं कहा यार तू जड़ा गर्दाना पड़ता ना मेरे साथ, इनू बंद कर दे। ये अच्छी नहीं हैगी ना तेरे लोगों लिए ना एमिया लिए। अगर तू कहना गल करनी हो बंदे का कहता ये मेरा अकीदा है, मैं बयान करना है। मैं कहा तू यही अकीदा अपना क्रिश्चियन रसूल करीम के बारे अदा करने का हक देगा ਜਿਹੜਾ ਤੂੰ ਮੈਨੂੰ ਦੱਸਣ ਡਿਆ ਚਰਮ ਜ਼ੁਬਾਨੀ ਕਰਨ ਡਿਆ ਮੇਰੇ ਨਾਲ। ਅੱਗੋਂ ਉਹਨੇ ਮੈਨੂੰ ਮਾਂ ਦੀ ਗਾਲ ਕੱਢੀ। ਮੇਰੀ ਮਾਂ ਨੂੰ ਉਹਨੇ ਝੂਠ ਨਹੀਂ ਕਿਹਾ, ਮੈਂ ਸਿਰਫ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨੇ ਇਹ ਕੰਮ ਕਰਨਾ ਨਹੀਂ ਛੱਡਣਾ। ਫਿਰ ਮੈਂ ਉਹਨੂੰ ਸੁਣਾਈਆਂ ਨੇ। ਤੇ ਮੈਂ ਉਹ ਬੰਦਾ ਜਿਹੜਾ ਹਦਾਇਤ ਲੈਣਾ ਨਹੀਂ ਚਾਹੁੰਦਾ, ਸਿਰਫ ਗੰਦ ਫੈਲਾਉਣਾ ਚਾਹੁੰਦਾ, ਆਪਣੀ ਨਰਗਿਸ ਦਾ ਸ਼ਿਕਾਰ ਹੈ। ਤੁਸੀਂ ਉਹਦੇ ਕੋਲ ਜਾ ਕੇ ਇਸਲਾਮੀ ਜ਼ਰੂਰ ਦੇ ਫਲਾਸਫੀਆਂ ਜਾਂ ਦੂਜੀ ਰੂਹਾਨੀ ਖਜ਼ਾਨ ਦੇ ਪਰਚਿਆਂ ਜਵਾਬ ਦਿੰਦੇ ਹੋ। ਉਹ ਤੇ ਇਕੱਲਾ ਬੈਠਾ ਹੋਏਗਾ ਨਾ, ਮੈਂ ਤੁਹਾਨੂੰ ਦੱਸਾਂ ਕੀ ਵਾਰਦਾਤ ਹੁੰਦੀ ਹੈ। ਹੁਸੈਨੀ ਸਾਹਿਬ ਕੋਈ ਨਾ ਕੋਈ ਤੁਹਾਨੂੰ ਪੜ੍ਹ ਕੇ ਸੁਣਾਉਣਗੇ ਇਹ ਕੀ ਹੈ ਅਹਿਮਦੀਆਂ ਦਾ, ਉਹਦੇ ਸਾਹਮਣੇ ਉਹ ਵੀ ਕੋਈ ਗੱਲ ਕਰੇਗਾ। ਤੁਹਾਡੇ ਚੋਂ 3 ਕਾਲਾਂ ਪਾ ਕੇ ਉੱਤੇ ਚੱਲ ਜਾਣਗੇ ਅਗਰ ਕੋਈ ਵੀ ਨਾ ਬੈਠਾ ਹੋਇਆ। ਮੇਰੀ ਗੱਲ ਯਾਦ ਰੱਖਣਾ ਵੀ ਮੈਂ ਦਿਨਾਂ ਉਹਦਾ ਜਵਾਬ। ਤੁਹਾਨੂੰ ਉਹ ਇਸ ਤਰ੍ਹਾਂ ਅੰਗੇਜ਼ ਕਰਦੇ ਨੇ, ਤੁਹਾਨੂੰ ਫੁੱਦੂ ਬਣਾਇਆ ਆ ਉਹਨਾਂ ਨੇ ਦੋਨਾਂ ਨੇ, ਹੁਸੈਨੀ ਸਾਹਿਬ ਨੇ ਵੀ ਔਰ ਖੰਜੀਰ ਨੇ ਵੀ। ਉਹਨੇ ਤੁਹਾਨੂੰ ਫੁੱਦੂ ਬਣਾਇਆ ਆ। ਇਹਦੇ ਕਦਾ ਕਲਾਮੀ ਕਰਕੇ ਦੱਸੋ, ਅੱਲਾ ਦੀ ਕਸਮ ਹੈ ਆਪਣੀ ਮੌਤ ਆਪੇ ਮਰ ਜਾਏਗਾ। चलो ठीक है जी, कथा कलामी हो गई है, हो गई कथा कलामी। यार क्या यार बहुत ही अच्छा खिताब किया, जबरदस्त। तस्लीम साहब ये दसो हुण, एक मिनट भाई मंसूर भाई प्लीज, मंसूर भाई एक छोटी सी बहुत आला बात तस्वीर किया राणा साहब। यार मैं पहले भी बोलने लगा था, आपको भी आपने रोका है। 1 मिनट यार, आप क्या ਰਾਣਾ ਸਾਹਿਬ ਤੁਸੀਂ ਕੋਲ ਹੁੰਦੇ ਤੇ ਤੁਹਾਡਾ ਮੈਂ ਮੱਥਾ ਚੁੰਮ ਲੈਣਾ ਸੀ। जबरदस्त जबरदस्त। भाई आपको मौका देते हैं। यार छोटी सी बात है भाई, छोटी सी बात है मंसूर भाई, छोटी सी बात है। होल्ड ऑन प्लीज सर, छोटी सी बात है भाई। एक मिनट थोड़ा सुन लो यार, क्या हो गया? अगला नंबर मेरी बात सुनो यार खुदा की कसम यार, ये लोग क्या लोग। अच्छा आजाद राजपूत भाई, आजाद राजपूत भाई, हाँ जी म्यूट करो सर। शंपकशू जेड़ा बंदा गल करना ओए तुम्हारे पे शोर बहुत ज्यादा है। शंपकशू सबका टाइम लगाओ, 2-3 मिनट दो, 1 बाय 1 बात करें, हम सब भाई सुनेंगे। एक बात मैंने करनी है सर, मैं तो ये कह रहा हूँ कि आजाद राजपूत भाई जो आपने बात की है बिल्कुल सही बात बयान की है, लेकिन आज तस्लीम साहब तो कुछ, आज तस्लीम साहब ये नहीं थे कोई कर रहे ऐसी बात कि वो कोई अहमद नज़ीर से बात कर रहे हैं या क्या कर रहे हैं। सिंपल जो है वो उन्होंने, बल्कि मेरे हिसाब से तो उनको ऐसे ट्रैप पे फंसाया है कि उन्होंने वो काम किया है जो हमारी ख्वाहिश है, यानी हज़रत मसीह मौऊद अलैहिस्सलाम की किताब पढ़ी है और फिर रिकॉर्डिंग भी उन्होंने चलाई है, और बहुत पुरअसर वो रिकॉर्डिंग थी उसकी जो चलाई गई है किताब की। तो मेरे हिसाब से तो तस्लीम साहब ने उल्टा उनको फंसाया है अपने जाल में। यार ये अब मेरी बात सुनो, मैं आपसे इसका जवाब म्यूट करो, तुम्हारे शोर बहुत आ रहा पीछे है ना। आजाद राजपूत भाई जो आप कह रहे हैं ना वो नहीं हुआ, ठीक है, जो आप कह रहे हैं वो नहीं हुआ। इन्होंने तस्लीम साहब ने उसे बातचीत नहीं की, हो गया हुआ, ठीक है, बातचीत नहीं की, कोई ना बोले यार, मैं बात कर रहा हूं। हाँ बातचीत नहीं की इन्होंने, ये सिर्फ सुन लें, इन्होंने कोई उनसे वो नहीं किया, मुनाजरा नहीं किया, कोई बातचीत नहीं की।
बल्कि उनसे उनसे किताब पढ़वाई है, ये बस हुआ है। और किताब के दौरान भी कोई हाशिया राई वो नहीं कर सका, सिर्फ उन्हें किताब पढ़ी गई है। बच्चे मैं तुम्हें और बात कर रहा हूँ, मैं ये कह नहीं रहा यार म्यूट भी कर लेना, आवाज बहुत आ रही है पीछे से। शोर किसका? एक मिनट, मैं और बात कर रहा हूँ। किताब पढ़े या पढ़वाए या चुप करके ऊपर बैठे, जिस वक्त वो ऊपर बैठा हो आप ब्राड के ऊपर ना हो, बस ये मैं कह रहा हूँ। बेशक चुप करके बैठे हो, उसको फ्यूल नहीं देना, उसको जैसे वो कहता है जो उसके साथ नहीं करता उसका बाइकाट कर देता है मेरे बाप का एक दूसरों का। आप उसका बीइंग अहमदी, अगर आप अहमदी हो सके तो उसका बाइकाट करो। वो आपकी मिन्नतें करेगा और वो आपसे वादा करेगा कि मैं दोबारा कभी दुश्मनामदराजी नहीं करूंगा और मैं मिर्जा साहब कह के कम बुलाऊंगा, फिर उसको भूल गए। अदरवाइज उसका ऐसे बाइकाट करे जैसे कोई झूठ होता है, और जो उसका साथ देता है उसका भी बाइकाट करे। ਬਾਈਕਾਟ ਰਾਣਾ ਕਰਨ ਸਾਹਿਬ ਸਾਲ मैं इसे गल ਨੂੰ थोड़े डिफरेंट तरीके ਦੇ ਨਾਲ करना चाह रहे हैं। टूसिकर भाई आपने आज एक बात उसे सुने चुप कि करके आपने काफी दिनों से उससे आप उससे बात नहीं करते, लेकिन मैंने रिसेंटली शायद एक आधा दिन कल देखा है आपको कि वहाँ पे सीकर भी बैठा हुआ था और आप उधर बात कर रहे थे, तो आपको उनकी ब्रॉड पे जाने की क्या जरूरत है? पुरानी बातें छोड़ देना यार, आप आज से तनकीद अब पुरानी बातें मंसूर भाई आपका जितनी आपको बात समझ आती है ना, मैं अब उसको कुछ कर नहीं सकता, ठीक है। कोई उस बंदे से बेस्ट तरीका यही है कि बिल्कुल बात ना की जाए और उसको जिस तरह उन्होंने कहा है कि जिस तरह उसको इग्नोर करोगे उतना वो जो है वो अछूत सा बंदा है, उसके साथ यही तरीका है। जो सुन ले भाई, और सुन ले यार, और सुन ले भाई यार, क्या यार आप लोग। बात ये है कि थोड़ा सा ना अक्लमंदी से भी थोड़ा बंदा सा काम लेता है कि इंटरेक्शंस हो जाती हैं, ये ध्यान में रखें आप लोग। थोड़ा सा ये इंटरेक्शन हो जाती हैं, इंटरेक्शन में एक दो बातें हो गई, ये बात नहीं है। बात ये है कि उससे आपने डिस्कशन नहीं करनी, उससे मुनाजरा नहीं करना, उससे कोई सा की बातचीत नहीं करनी, लेकिन जो छोटी मोटी इंटरेक्शंस आप ब्रॉड पे हैं वो हो जाती हैं। आपको तरीका आना चाहिए उस इंटरेक्शन को डील कैसे करना है, ठीक है। ये कह देना कि जी जैसे बिल्कुल ही जो है वो इग्नोर करके वो सारा, बेस्ट यही है कि आमे नज़ीर से बिल्कुल बात ना की जाए, कोई बात ना करे, लेकिन बीच में बात ना करने से मुराद है कि उसे डिस्कशन करने की जरूरत नहीं है, लेकिन छोटी मोटी इंटरेक्शन तो हो जाती है। चले ठीक है, वो आप नहीं आपने बड़ी अच्छी बात की, आपने बड़ी अच्छी बात की। एक मिनट राणा साहब एक मिनट अपना पॉइंट रख ला साहब, मैं आपको मना नहीं सकता, मैं आपसे कोई बात इस पे नहीं कर रहा, मैंने अपना पॉइंट कह दिया। आप मेरी बात सुनिए। नहीं बड़ी अच्छी बात की है। आपके जो सोच है ना वो आप अपने तक ही रखें, ठीक है। मैं आपसे कोई बातचीत नहीं कर रहा, मैंने बस पॉइंट कहना था, कह दिया। जन्नत तरीके से बात कर सकते हैं तो करें, ठीक है। मैंने आपको बताया है कि इंटरेक्शन हो सकती है, डिस्कशन करने से मुराद है। राणा साहब मंसूर साहब ने भी जाना है, हसैनी दी बराड़ थे, ट्रुथ सीकर ने भी जाना है, भाई हुसैनी साहब जाना है, जाओ। ਜਿਹੜੇ ਸੱਚੇ ਅੰਗੇ ਹੋਣਗੇ ਉਹ ਸਮਝਦਾਰ ਨੇ, ਨਾ ਜਾਣਗੇ, ਇੰਟਰੈਕਸ਼ਨ ਨਹੀਂ ਕਰਨਗੇ, ਤੇ ਜਿਨ੍ਹਾਂ ਨੇ ਜਾਣਾ ਉਹਨਾਂ ਨੇ ਜਾਣਾ ਹੀ ਜਾਣਾ। ਉਹ ਤੁਹਾਡਾ प्रोफेसर, मैं यही बात कह रहा हूँ कि उसके साथ इंटरेक्शन तो दूर की बात है, उसके साथ बैठना भी सही नहीं है। वो सिर्फ उधर हुसैनी साहब की मोहब्बत में नहीं आता, वो आप लोगों को टीज करने आता है, आप लोगों से बात करने आता है। और मैं ये भी नहीं कहता कि ट्रूथ सीकर या तस्लीम साहब या मौलवी साहब या दूसरे मंसूर उसको लाजवाब नहीं कर सकते हैं, लेकिन मेन मसला उसकी बदकलामी, उसकी वजह से मैं कह रहा हूँ। जब तक वो अपनी बदकलामी से रुजू नहीं करता, उससे खड़े से बात करनी भी जाएगा। बिल्कुल सही कह रहे हैं। और मैं तो यही है कि जब वो हुसैनी साहब के ब्रॉड पे होते हैं, मेरी तो यही कोशिश है कि मैं ऊपर भी ना जाऊं, लेकिन ऊपर भी नहीं जाना,
हाँ ये सबसे भी बड़ा सूरजकार हसानी साहब होते हैं, उसको मौका बना के देते हैं थोड़ा सा देर कुशादा करें। आप राणा राजपूत साहब, आप जो बात कर रहे हैं, आपसे 120% ज्यादा मैं एग्री करता हूँ, बल्कि उससे बढ़ के भी मैं कहूंगा, ठीक है। लेकिन ये भी आप ध्यान में रखें, क्या आपकी इंटरेक्शन रिसेंटली नहीं हुई? वो आमिर नजीर से जो आपका मामला चल रहा था, उसमें आपकी इंटरेक्शन नहीं हुई, जिसमें गालियों का भी मामला चला, सारा चला। तो थोड़ा सा अगर अपना जहन इंटरेक्शन हो जाती है, ये थोड़ा सा इस बात को समझें। आप मेरी बात सुनो, ऐसे नहीं होता। ये एनफोर्समेंट, ये जो है ना, ये मुर्गियों वाली हरकतें जो है ना, कि जी ना जा इधर ना उधर जा, ये थोड़ा सा हर एक बंदा ठंडा रहा तुझे नहीं, अकेले को नहीं कहा, मैं अपने आप को भी कह रहा हूं। मेरी बात सुनो, मेरी बात लाया मैं लाया नहीं लाना सी यार, मैं क्यों नहीं लाना? मैं गल करने आया, तू लाता नहीं जानते हो कि ਤੁਸੀਂ ਗੱਲ ਫਿਰ ਐਵੇਂ ਗੱਲ ਵਧੀ ਜਾ ਰਹੀ ਹੈ, ਜ਼ਿਆਦਤੀ ਨਾ ਕਰਿਆ ਕਰੋ। ਜਾ ਰਹੀ ਹੈ ਤੁਸੀਂ नहीं ਚੰਪਕ ਭਾਈ ਚੁੱਕ ਲਓ, ਵੈਰ ਨੂੰ ਚੁੱਕੋ। मैं चुक रहा, मैं क्यों चुक रहा। शिखर भाई, शिखर साहब माजरत किसी से गलती से सब म्यूट करो, सब म्यूट करो, मचाया होता है, सब जगह म्यूट जगह। करो प्लीज, सब म्यूट करो। ओके टू शिखर, ओके आपके पीछे शोर आ रहा है टू शिखर। मैं अब आपको बात बताने लगा हूँ, मैंने आगे भी इधर बताई है। मैं भी पहले उससे बात करता था, समझाता था उसको, क्योंकि मेरा एक बड़ा पुराना तलक था उससे ना, प्राइवेट भी, और वो समझता था मुझे इस्तेमाल करेगा, मैंने उसको बहुत इस्तेमाल किया है। तो मैं अब आपको एक बात बताने लगा हूँ, मैंने उसको मना किया, मैंने कहा जो तुम तबर्रा करते हो ना मसीह मोहब्बत, इसको रोक दो। कहता ये मेरा अकीदा है। मैंने कहा यही अकीदा तुम क्रिश्चियन को प्रैक्टिस करने का अलाउ करते हो आप रसूल करीम के बारे में? उसने मुझे आगे से गंदी माँ की गाली निकाली, फिर मेरी माँ को बहुत कुछ कहा। उसके बाद दोबारा उसको फिर मैंने भी सुनाई। फिर जब वो सैनी की ब्राड पे आने लगा, मैंने सैनी साहब को भी कह दिया, अगर मैं ऊपर हूं तो ये ऊपर ना आए, अगर इसको उठाना है मुझे नीचे उतार दे, फिर उठा ले। तो एक दफा ऊपर आया मेरे होते हुए, मैंने उसको सीधी गालियां जोड़ी, क्योंकि उस बंदे के साथ बात नहीं आप हो सकती वो, क्योंकि वो अगर रुजू नहीं करता, उससे पहले मैं बात करता था उससे। जब मैंने उसको समझाया, उन्हें समझा, उसने मुझे गाली दी आगे से। मैंने कहा ये तो हटने वाला नहीं है, इसने तो बात माननी ही नहीं है। इसका मतलब है वो बंदा उधर सिर्फ आपको आता है एंगेज करने के लिए, उसको कोई अच्छा बंदा एमडी जो समझता है उसको मुंह नहीं लगाता। बहुत पुराने हैं सारे, एक दूसरे को जानते ना। तो आप भी बचो, मैं यही कहूंगा, उसको मुंह लगाना बंद कर दो। जिसको आप नसीहत कर रहे हैं वो कर ही नहीं रहा। आजाद राजपूत साहब, आप पहले तुम समझ तो ले है क्या? एक मिनट सुन लें बात। आप ये देखें कि वहां पे 2-3 MD जब जाते हैं ऊपर, ठीक है, मैं तो उनको जाके कहता हूं कि आमिर नजीर से बात ना करें। प्रॉब्लम ये है कि जब ऐसा सिचुएशन हो जाए कि एक MD ऊपर गया हुआ है और वो जो है वो हवालों के जवाब हो रहे हैं और सारे लोग उसका मजाक उड़ा रहे हैं, और हुसैनी साहब का आपको पता है, हुसैनी साहब ने तो हरकत ही ये करनी है कि एक ऐसे MD को ऊपर उठाना है और आगे आमिर नजीर का रख देना है, ताकि वो आमिर नजीर भी चेजा ले सके, हुसैनी साहब खुद चेजा ले सके, हमारे MD चले जाते हैं। अब वहां पे जब आप जाके उनको कहते हैं अपने MD भाई को कि छोड़ दें इस बात को, या किसी वजह से उस मामले को रोकने की कोशिश करते हैं, तो आपकी इंटरेक्शन हो जाती है। इस बात को समझें। ये थोड़ा सा अकल, थोड़ा सा कुशादा ज़हन करके सारे सिनेरियोज को समझें, ठीक है। आपसे ज्यादा मेरी ये है कि उससे बात नहीं करनी, ठीक है, और जनरल तरीके से बात करें, ऐसे डायरेक्ट अटैक ना करें। मैं बता रहा हूँ कि ये वो ग्रास है जो बकरियों को डाली जाती है, आई समझ। जो बंदा वहां ऊपर बैठ के जलील हो रहा है ना, उसको अगर एक दफा होने दे सही तरह, ऊपर उसको उठाने ना जाए, वो आप पर गुस्सा करेगा। ये मुझसे पूछ लो, उसको लगा रहने दे, जलील होता है जलील होने दे उसको। वो एक दफा 2 बार ही होगा, उसकी तबीयत साफ हो जाएगी। वो बताए मुझे कौन सा, मैं उसको यहाँ पर आके उससे मैं बहस करूंगा, फिर मुझसे कर लो बहस। ये है बात, वो जान के ऐसे करते हैं, वो बात डालते हैं आप लोगों को, आपको समझ नहीं आती। मैंने जो कहने को कह दिया, या जिसका जो दिल करता है वो करे, जाए ना जाए, जो असल बात है वो मैंने कर दी है।
हाँ, ये बातें तो ये जो इवन रूहानी खजाइन साहब जो है बड़ा इस पे, वो खुद कल भी बैठे हुए थे, परसों भी बैठे हुए थे, आज आके तो कुछ ऐसा वाकया हुआ ही नहीं, कुछ समझ से बाहर है, कुछ ऐसी बात हुई ही नहीं, ना तस्लीम साहब ने आमिर नज़ीर साहब से बहस किया, कुछ भी नहीं हुआ। और पूरी जो है वो रिकॉर्डिंग भी सुनाई गई है, किताब पढ़ी गई है जिसमें किसी ने कोई हाशिया राय नहीं की, और किताब पढ़ने के बाद पाकिस्तान साहब आए हैं, उनकी हुसैनी साहब से बात हो रही है, और वो बात हो रही है कुरान मजीद के बारे में, जो मजद्दद के बारे में। कोई ऐसी मसला ही नहीं था, कुछ था ही नहीं, और एकदम रूहानी खजाइन और ऐसी गालियाँ, और फिर और गुस्सा क्या बयान कर रहा है, मुझे हुसैनी साहब ने 2 घंटे से लिया नहीं। अब भाई हुसैनी साहब ने नहीं लिया तो हमारा कसूर है, और वो बाहर के जैसे गालियाँ निकाली हैं। और जमात अहमदिया का मुझे तकलीफ इस चीज़ की होती है कि जमात अहमदिया की बदनामी होती है। मैं तो, मुझे कुछ 10 गालियाँ दे दे, मैं नहीं जवाब देता, मुझे अपने तरीके से मैं जवाब देना आता है, लेकिन मैं कोई गालियाँ नहीं देता किसी को। लेकिन ये इसका दुख होता है कि हमारे अहमदी लोग किधर को जा रहे हैं, अपनी जमात की बदनामी कर रहे हैं, कितनी गलत ज़बान इस्तेमाल कर रहे हैं अहमदी होने के बावजूद, और तबलीग के मैदान में। जज़ाकल्लाह। अच्छा, इसमें ये है कि जो तनकीद है ना, अब यहाँ पर मोस्टली जब भी मनाजरे होते हैं, हमने देखे हैं, बड़ी बराडों पे भी होते हैं, मीर सलीम साहब का भी होता है, और ये 2 दिन पहले 1 दिन पहले बल्कि जरीउल्लाह साहब का भी हुआ है। तो एक टीम निकलती है, 4, 5, 7, 10 बंदे हैं, वो उनके ऊपर तनकीद करनी शुरू कर देते हैं, ये नहीं होना चाहिए था, वो नहीं होना चाहिए था। तो वो लोग जो है वो कभी भी उन्होंने जवाब दिया उनको। तो आप भी अपना हौसला जरा बड़ा कर लें, कोई ऐसा मसला नहीं है। जब लोगों की तनकीद आप बर्दाश्त कर सकते, दिन की भी कर लें यार, क्या है मसला? का मसला नहीं है। मैं तो आपको बता रहा हूँ कि इस बात की तो तकलीफ है कि हमारे अहमदी लोग ये गलत ज़बान जो इस्तेमाल करते हैं, इसकी मुझे तकलीफ होती है। वो जब आप तनकीद बर्दाश्त नहीं करेंगे, आगे आगे बढ़ते जाएंगे, फिर कंपटीशन हो जाता है ना। तनकीद मतलब गंदे गालियां नहीं है भाई। तुम्हारे आने से पहले, तुम्हारे आने से पहले रूहानी फज़ाइन को मैंने कहा है, राजपूत भाई, अहमदियों को हर सूरत, ख़ास तौर पे वो तबलीग के मैदान में अगर निकले हैं तो अपनी ज़बान पे कंट्रोल करना सबसे ज़्यादा ज़रूरी है। हमारा अहद है कि हम अपनी इज़्ज़त, माल और जान की कुर्बानी के लिए तैयार रहेंगे, इस्लाम की खातिर, अल्लाह की खातिर। हम आके अपनी छोटी छोटी अनाओं की वजह से, हमें पता नहीं किस बात की तकलीफ़ होती है, और आके हम इस तरह की हरकत करते हैं कि जिससे जमात की बदनामी होती है। इस वक्त हमने कुछ दिनों पहले ये भी देखा था कि अहमदी आपस में लड़ रहे हैं और एक दूसरे को ऐसी गंदी गालियां दे रहे हैं। ये तकलीफ दे अमर है और जमात की ये बदनामी है। हम अगर अपने अच्छे अखलाक दिखाएं और अपने अच्छे अखलाक पे कायम रहें, जो एक मुश्किल है, एक जिहाद है, अच्छे अखलाक पे कायम रहना और अच्छा पैगाम देते रहना, उस पे कायम रहें, तब असर होगा। अगर हम बीच में जख्मी हो जाएंगे, बीच में हम गिर पड़ेंगे और गालियों पे आ जाएंगे और बद अखलाकी शुरू कर देंगे, तो हमारे में उनमें क्या फ़र्क रह गया? फिर हम तबलीग नहीं कर रहे, हम नुकसान दे रहे हैं अल्लाह और रसूल के पैगाम को। ये तो सरचर साहब, सीकर साहब, आप क्या समझते हैं कि तबलीग को चंद मखसूस लोगों के लिए करनी चाहिए या बाकी लोगों को भी करनी चाहिए? मतलब आपको और ब्राड आप अपनी लगा के उधर एक बंदा भी आपको मिल जाए तो उसको तबलीग करें। कोई एक ऐसी जगह जो है जहाँ पर आपको पता है फसाद होता है रोज, तो आप वहां से हट जाएं यार। क्या जरूरत है आपको अपने आप को पेश करने की वहां पर? वो आपके साहब ने सिद्धू साहब भी बैठते होते थे, सिद्धू जट साहब वहां पर बैठते थे, बहुत सारे और भाई भी बैठते थे, वो सारे ऐसा पीछे हट गए, थक गए। आपको हक नहीं है हर एक पे इन्फोर्स करना कि उधर ना जाओ, उधर ना। मैंने नहीं तो कर ही नहीं रहे भाई, अपने तरीके से हैंडल करना है। सबसे पहले मैंने ये देखा है, मेरा ये तरीका है कि जो उसको इग्नोर किया जाए, आमिर नज़ीर को बिल्कुल, लेकिन वो अगर चला जाए उसके बाद में हुसैनी साहब के प्लॉट पे जाने में कोई मुज़ायका नहीं है, क्योंकि फिर भी एक ऐसा प्लेटफॉर्म है कि जो एक गैर अहमदी हैं और उसमें कोई बेहतर तरीके से बात हो सकती है। हाँ, जब आमिर नज़ीर या उस तरह के गालीबाज लोग बैठे हों तो फिर आपको वहाँ पे जाने की जरूरत नहीं है। कौन सा गालीबाज उधर नहीं बैठा होता? नहीं, अली वाला गालीबाज नहीं है।
शहनशाह अवान गालीबाज नहीं है, शुएब राजा गालीबाज नहीं है, यूसुफी गालीबाज नहीं है। कौन सा ऐसा बंदा है वहां पर जो गालीबाज वो नहीं छोड़ के जाता वहां पर के पीछे तरीका कोई है, भी अपन होनी है तो गालियां निकाल दी है भाई, आपका अपना तरीका है। आप तो वही है, आपके पास चंद लोग हैं जिसको आप तबलीग करना चाहते हैं, चंद लोगों को तबलीग करना चाहते हैं, आपको सिर्फ वही नजर आते हैं। सुन सकते यार, आप बात भी नहीं सुन सकते। गजनी मैं आपको ये कह रहा हूं, गजनी एक मिनट राणा राजपूत साहब, मैं ये कह रहा हूँ आपका अपना तरीका है, मेरा अपना तरीका है, हम हर कोई अपनी समझ के मुताबिक इस चीज़ को समझ रहे हैं कि ये जो भी हमें इन गालीबाजों से परहेज करना है। हर एक अपना तरीका है, आप एक दूसरे पे इन्फोर्स ना करें। आप जनरली कोई तो नहीं कर रहा भाई, कोई किसी की सुनता ही नहीं है तो करना क्या है इम्पोज। भाई एक मिनट सुन ले, जनरली बात किया करें कि देखें किसी ऐसे गालीबाजों से बात नहीं करनी चाहिए, और वो मैं बिल्कुल नहीं कह रहा कि आप ना जाएं, अभी चले जाओ, उसको ज्यादा खींचा ना करें। नहीं, वो ठीक बात कर रहे हैं तुसी कि भाई आप का अपना तरीका है, लेकिन मुझे ये बताएं, मुझे दुख होता है, मेरा ट्रू सीकर भाई वहाँ पे बैठा है और वो उसका मजाक उड़ा रहे हैं और मेरा ट्रू सीकर भाई फिर भी उनसे बात करना पसंद कर रहा है, तो उस टाइम मुझे दुख हो रहा होता है कि वो मजाक आपका उड़ा रहे हैं और आप फिर भी मतलब उनसे इंडल्ज हो रहे हैं या उनसे बातचीत कंटिन्यू कर रहे हैं और साथ कह भी रहे हैं कि आप इस तरह के लोगों, आप मतलब इस सिचुएशन को कैसे हैंडल करें, मैं आप बताएं थोड़ा सा ना। वही वो नहीं होना चाहिए, वो नहीं होना चाहिए, ठीक है, लेकिन आप खुद भी कई दफ़ा इस जगह पे फंस जाते हैं कि लोग आपका भी मजाक उड़ा रहे होते हैं, ठीक है, और जहाँ तक आप मेरी बात कर रहे हैं, मुझे आगे से उनको जवाब देना आता है, ठीक है, लेकिन मकसद ऐसी सिचुएशन को अवॉइड करना है। बिल्कुल आप सही कह रहे हैं, ऐसी सिचुएशन में नहीं जाना चाहिए, लेकिन हालात कभी कभार ऊंच नीच हो जाती है, ये मामलात होते हैं, उसमें बेस्ट तरीका यही है कि आप आके अपने बंदे से लड़ाई ना शुरू कर दें, आप आके कोई ऐसी तरीका उसके साथ एक गुठ जोड़ बना के तो उस मामले को वहाँ पे रोकें। ये जो कालू सलामा है कि कालू सलामा ये किस मौके पे कहना चाहिए? ये बेस्ट है सर, ये बेस्ट है सर, अब सवाल करना आप ये बेस्ट तरीका है। हाँ, ये नहीं, मैं आपसे लर्न कर रहा हूँ कि ये कालू सलामा किस मौके पे कहना चाहिए और ये इसका प्रैक्टिकली कैसे करना चाहिए जब मतलब हमने शो करना हो कि हमने कालू सलामा कह दिया है, तो कैसे? इतना म्यूजिक है, वो इतना शोर है, वो तुम कहाँ बैठे हो? अच्छा म्यूजिक है यार, चक्की चीज अच्छा म्यूजिक है, बच्चे खिला रहे हैं होते तो बाहर निकल जा, थोड़ी देर निकल जा। नहीं, मैं बाहर क्यों निकल जाऊँ भाई, क्या करते हो उधर? नहीं खेलें आप खेलें, कोई बात नहीं। मैं सिर्फ ये कह रहा था कि वो जो है ना कालू सलामा इज द बेस्ट वे, ठीक है, कालू सलामा इज द बेस्ट वे, लेकिन कभी गौर करें। सर आप बीच में फिर सवाल करते हैं, मुझसे पूछने से पहले थोड़ा अपने आप से सवाल करें और खुद सोचें कि जब आप खुद ऐसे मामलात में जब आपका मजाक ले रहे थे, मुझे तो नहीं पता मेरा कौन मजाक ले रहा था, आप एक पता नहीं शायद अपनी तरफ से कोई कहानी बना रहे हैं क्या, लेकिन आपको तो पता है ना जब आपका चेज़ा ले रहे होते हैं तो क्यों ले रहे होते हैं, आप क्यों ऐसी सिचुएशन में फंसे होते हैं, ठीक है। हमेशा मैं फिर कहूँगा थोड़ा ज़रा जहन कुशादा करें, बाहमी मशवरा से एक अच्छा मशवरा दें, अगले को फिर एक चीज़ समझ आती है वो उस पर अमल करता है, लेकिन कई सिनेरियोज होते हैं, इसलिए इस सवाल का जवाब पहले आप अपने आप से लें। जब आप खुद फंस गए थे तो क्यों हुआ था, मुझसे ना लें ये सवाल, मुझसे ना पूछें ये सवाल। शानदार ट्रूथ सीकर, आज तो तुमने कमाल कर दिया यार, इनको इनके सारों को चेहरे दिखा दिए भाई, जो हमें हदायतें देने बैठे होते हैं, आप सारों से पहले छाल मार के बैठे होते हैं हुसैनी की ब्रॉड पे। सिर्फ जो कमजोर लोग हैं ना, मैं वो नहीं होता बात तो करने दो यार, जिसको तैरना नहीं आता वो चुप करके बैठ गजनी। वो लोग हैं, ये वो लोग हैं खुद तैरना नहीं आता और दूसरों को मशवरे दे रहे हैं कि तैरना कैसे है। जिनको तैरना आता है उनकी बराडों में 300 बंदा बैठा होता है, वो ऐसे आपकी तरह इधर उधर नहीं भाग रहे, वो अपना नाम बना के बैठे अपनी बराडे चला रहे हैं, वहां पर 200-200 300 बंदा बैठा उनको सुन रहा है। आप भी करें ये काम, करके दिखाएं।
हम भी बैठे तो आपको यार सुने गजनी तुम्हारे रोने नहीं कभी खत्म होने, तुम शॉपर मारा करो ਤੇ ਤੁਸੀਂ ਤਾਂ ਸਵੇਰ ਦੇ ਲੋੜੇ ਜਿਹਾ ਜਨਾਬ ਰੋਜ਼ ਹੀ ਹੁੰਦੇ ਜੀ ਨਾ। ਉਹ ਮੈਂ ਨਹੀਂ ਰੋਂਦਾ, ਇਹ ਤੇਰਾ ਜਿਹੜਾ ਦੋਸਤ ਆਇਆ ਸੀ ਨਾ ਉੱਥੋਂ रूहानी फिजान, गंदियां गाਲਾਂ यार ਕੱਢ के आपका बेइज्जती उसका करा के मामला गया मेरा सारी। कोई मामला नहीं है भाई, वो चला गया है, वो जाने और आप जाने, वाटर मेरा कोई लेना वो देना जाने नहीं और है। आप नहीं जाने, आपके सारे नहीं, पुताए मैं- हैं, सारे आप लोगों के मेरे यार हैं। बिल्कुल कोई साहब- पता नहीं है मुझे कि वाटर क्या साहब- वाकया पेश आया, मुझे किसी बात का नहीं पता। वाटर साहब, पता है यार तुम सारों को सारी बातें ओ वाटर साहब जी। ਉਹ ਵਾਟਰ ਬਾਈ ਕਿੰਨੂੰ ਸਾਰਿਆਂ ਨੂੰ ਮਿਲਾ ਰਹੇ ਹੋ ਤੇ ਕਿੰਨਾ ਸਾਰਿਆਂ ਨੂੰ ਨਹੀਂ ਮਿਲਾ ਰਹੇ। ਤੁਸੀਂ ਵੀ ਟੈਂਪਰੇਚਰ ਥੋੜਾ ਜਿਹਾ ਡਾਊਨ ਕਰਨੇ ਦੀ ਕੋਸ਼ਿਸ਼ ਕਰਿਆ ਕਰੋ। ਤੁਸੀਂ और मेरे भाई मेरा तो टेम्परेचर ही डाउन है, मैंने तो किसी को कुछ कहा ही नहीं आज, उसने इतनी नहीं, गंदी गालियां 1 घंटा दी हैं, मैंने तो कुछ भी नहीं कहा उसको। नहीं कोई नहीं, लेकिन उसको पागल को आपने अवाम में छोड़ा हुआ है, ऐसे पागल जो होते हैं ना वो नहीं ये अवाम में देखे ना, छोड़ने ये के आप काबिल कहते हैं नहीं ना होते। कुछ नहीं कहा, आप इतने सख्त अल्फाज जाती बोल है जाते यार, हैं और फिर आप बहुत कहते हैं मैंने कुछ भी और नहीं यार कहा। मौलवी मेरी बात सुनो, तुम लोगों से सच भी नहीं सुना जाता यार। अच्छा मेरी मतलब बात कि ज्यादा तुम ही है लोग यार। दूसरे बंदे मरवा के चैन लोगे क्या? तुम्हारा अब ये मतलब देखे कि ना, इरादे ये देखे क्या ना, है तुम ये लोगों ज्यादा के? ही है। ये बिल्कुल फिर उसी तरह की बात होगी कि नहीं क्या आप इरादे हैं यार, ऐसे- ना किसी मेरी ने बात- अगले ने तुम्हें गाली दी, तुम्हारा दोस्त जो है वो 1.5 घंटा गंदी गालियां दे के मेरे उतरा वहां से। दोस्त वाटर आप भाई हैं ज्यादती ना यार, करिए वाटर यार। भाई आप मेरे दोस्त हैं, बात सुन ले। छोड़ो जो यार, भी रहने ये दो, वो बंदे ये अच्छे जो- नहीं लगते ये जो खुद ये उन जो कामों में फोरम- मुलव्वस हो। रहने दो यार, ये जो रहने दो मौलवी फोरम साहब। है ना, हाँ। ये जो फोरम है ना, यहाँ पर अगर कोई गलत होता है तो उसका टेम्परेचर डाउन करने का क्या तरीका होता है? या तो आप अलहदगी इख्तियार कर लें, तो या भाई आप अलहदगी उसको कहें, इख्तियार अगर कीजिए। आपने सुन ले बात यार, लेकिन आप लोग बात उसको सुनते चढ़ाई जा रहे यार, होते फिर हैं, भी आप चढ़ाई बात जा रहे नहीं, होते हैं। वाटर भाई बात होती है बारी और बारी। यार कौन सी आपने काम की बात करनी है? ले अच्छा मैं यार, चुप करता मैं चुप हो हूँ, जाता हूँ। ले 2 मिनट कर लें जो बात करनी है, देखते हैं कौड़ी काम की बात कर लेंगे आप। सारे इल्जाम चुप के मेरे पे ही डाल देने हैं आपने, और क्या करना है आपने? चवल से आपने बंदों को इतना पुताया होता है। पागल आदमी वो इतनी गंदी गालियां देता रहा 1.5 घंटा। एक बंदा ताहिर अमजद बहुत समेत बुरी उसको किसी बात है बंदे ने वाटर भाई, समझाया। आप गालियां निकाल रहे हैं यार, ऐसे ना गंदा करें। तरीन वो फिर- इंसान है वो, जमात अहमदिया का सबसे गंदा बंदा रूहानी फिजान है, ये बहुत बुरी बात है यार। धब्बा है वो जमात अहमदिया का। और और आप मुझे तो कोई आप बंदा लग रहे हैं नहीं, धब्बा। कोई- की आमिर ये नबी को बात बोली वो जा रही कोई हो, दूसरा अपना आपके धब्बा बारे में देखो। के अच्छा यार, धब्बा है वो जमात अहमदिया में। वाटर साहब ने मुझे बात तो करना आप लग रहे हो। हाँ जी गुलाम टिप्पणी गुलाम साहब। करने वाला मेरे 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 मोहसन की हाल है? अस्सलाम वालेकुम तस्लीम भाई। वालेकुम सलाम। देखो जी, गुलाम इब्ने गुलाम दी दोस्ती कमाल दी है यारो। गुलाम इब्ने गुलाम दी मजे आ गए दोस्ती कमाल दी है यारो। यारो। जिथे मुफ्त दी चाह मिले साडी हाजरी ए यारो। जिथे मुफ्त दी चाह मिले साडी वाह, वाह। हाजरी ए यारो। टिक टाक यारो। ते कमाइए रोटी, आहो। रात नू खाइए सोटी। ओए टिक टाक ते कमाइए रोटी, रोटी रात नू खाइए सोटी। खाइए सोटी। आहा। हाँ जी, सोना वाह जी। ते साडा शौक है, काम करना फजूल है, काम करना फजूल है। वाह जी वाह जी वाह। वो तस्लीम साहब छागे जी, वाह। ਇਹ ਸ਼ੇਰ ਨੂੰ ਸਿਕਰ ਨੂੰ ਦੇ ਦਿਓ ਡੈਡੀ टिक टाक ते Dedicated to कमाइए Zulfikar। रोटी, टिक टाक ते कमाइए भाई ये शेर रोटी, तुम्हारे लिए टिक टाक ते कमाइए रोटी, रात नू आहा, वाह। खाइए सोटी। सोटी। आहा। सोना वाह। ते साडा शौक है, आहो। काम करना फजूल है। फजूल है वाटर साहब लिए।